ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦੋ ਰਾਮਦਾਸ ਅਰਜਨ ਗੁਰੂ ਵਾਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਚਕਰ ਚਿਹਨ ਅਰ ਵਰਨ ਜਾ ਅਰਪਾਤ ਨਿਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਹੋਰ ਕਹਿਨਾ ਸਖਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰੈਣ ਕਹਿ ਤੋ ਤੈ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਤ ਸੁਮਤੋ ਕੀ ਸਿਫਤਾਂ ਕਰੀਏ ਆਪਣੇ ਸਾਹਿਬ ਦੀਆਂ 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 ਕੀ ਸਿਫਤਾਂ
ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣਨਾ। ਆਖਰੀ ਉਦ ਭਗਵਾਨਾ, ਦੇਵ ਦੇ ਵਾਹਿਗੁਰੂ ਦੇਵ ਦੇ ਸਾਡੀ ਪੀਰਾ ਨਾਮ ਰੀਤਾਨੀ। ਦੇਵ ਦੇ ਵਾਹਿਗੁਰੂ ਦੇਵ ਦੇ ਸਾਡੀ ਪੀਰਾ ਨਾਮ ਰੀਤਾਨੀ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰ ਸੰਗਤ ਜੀਓ, ਜਵਾਬ ਜੀ। ਸਤਿਗੁਰੂ ਜੀ ਦੇ ਦਰ ਘਰ ਵਿਖੇ ਜੋ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਉਹਨਾਂ ਦੇ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਜੋ ਭਾਈ ਕੁਝ ਨਾ ਤੋਂ ਲੈ ਕੇ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਦ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ। ਨਾਲ ਸ੍ਰੀ ਜਪਜੀ ਸਾਹਿਬ ਦੇ ਪਾਠ ਪ੍ਰਕਾਸ਼ ਹੋਏ। ਸੁਆਓ ਕੁਝ ਕੁ ਸਮਾਂ ਹੁਣ ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਦੇ ਨਾਲ ਜਿੱਥੇ ਤਨ ਕਰਕੇ ਜੁੜੇ ਆ ਮਨ ਕਰਕੇ ਵੀ ਬੈਠਣਾ ਕਰੀਏ। ਕੁਝ ਕੁ ਸਮਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਈਏ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਡੇ ਵਾਸਤੇ ਕੀ ਪਰਉਪਕਾਰ ਕੀਤੇ ਹੈ। ਸੋ ਬੇਨਤੀਆਂ ਨੇ ਭਾਈ ਕੁਝ ਕੁ ਕਿ ਕਥਾ ਕੀਰਤਨ ਹੁੰਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਗੱਲ ਨਾ ਕਰਿਓ।
ਸਮਾਪਤੀ ਤੋਂ ਬਾਅਦ ਜੋ ਆਪ ਗੱਲਾਂ ਕਰਨੀਆਂ ਕਰ ਸਕਦੇ ਹੋ, ਧਿਆਨ ਦੇ ਨਾਲ ਮਹਾਰਾਜ ਦੀ ਕਥਾ ਨੂੰ ਸੁਣਿਓ। ਸੁਣਨ ਤੇ ਸੁਣਾਉਣ ਵਾਲੇ ਨੂੰ ਆਨੰਦ ਉਦੋਂ ਆਉਂਦਾ ਹੈ ਜਦੋਂ ਸੰਗਤ ਟਿਕ ਕੇ ਬੈਠੀ ਹੋਵੇ, ਇਕਾਗਰਤਾ ਦੇ ਸਹਿਤ। ਤੇ ਜੇ ਇਹ ਹੈ ਕਿ ਭੁਗਤ ਹੀ ਆਏ ਆ, ਜਾਪਦਾ ਹੀ ਪੂਰਾ ਕਰਨਾ ਕੇਵਲ, ਫਿਰ ਨਹੀਂ ਗੱਲ ਬਣਦੀ। ਤੇ ਸਾਧ ਸੰਗਤ ਜੀ ਅੱਡੋ ਅੱਡੀ ਹਿਸਾਬ ਹੁੰਦਾ ਹੈ ਕਥਾ ਕੀਰਤਨ ਕਰਨ ਵਾਲਿਆਂ ਦਾ। ਸਤਿਗੁਰੂ ਜੀ ਦੀ ਕਿਰਪਾ ਹੈ, ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੇਰਾ ਸੁਭਾਅ ਹੈ ਕਿ ਕਥਾ ਕੀਰਤਨ ਕਰਨ ਵੇਲੇ, ਔਰ ਇਹ ਮਰਿਆਦਾ ਵਿੱਚ ਲਿਖੀ ਹੋਈ ਵੀ ਗੱਲ ਹੈ ਕਿ ਪਹਿਲਾਂ ਇਕਾਗਰ ਆਪ ਹੋਵੇ, ਫਿਰ ਸੰਗਤ ਨੂੰ ਇਕਾਗਰ ਕਰੇ, ਫਿਰ ਕਥਾ ਕਰੇ ਬਾਣੀ ਦੀ, ਤੇ ਆਨੰਦ ਆਵੇਗਾ, ਰਸ ਆਵੇਗਾ, ਸਮਝ ਆਵੇਗੀ ਸਾਰੀ। ਤੋ ਇਹ ਬੇਨਤੀਆਂ ਨੇ ਪ੍ਰਵਾਨ ਕਰਨੀਆਂ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੋ ਅੱਜ ਫੱਗਣ ਦਾ ਮਹੀਨਾ ਵੀ ਆਇਆ ਹੈ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਫੱਗਣ ਦੇ ਮਹੀਨੇ ਗੁਰਸੰਗਤਾਂ ਨੂੰ, ਸਿੱਖਾਂ ਨੂੰ, ਇਸ ਦੁਨੀਆ ਨੂੰ ਉਪਦੇਸ਼ ਬਖਸ਼ਦੇ ਹੈ ਕਿ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਇਹ ਨਹੀਂ ਹੁੰਦਾ ਕਿ ਸੰਗਰਾਂਦ ਨੂੰ ਉੱਥੇ ਦੇਗ ਬਣੀ ਹੋਊਗੀ ਤੇ ਦੇਗ ਦੂਗ ਛਕ ਕੇ ਆ ਗਏ, ਚਾਹ ਬਣੀ ਹੋਵੇਗੀ, ਉੱਥੇ ਪਕੌੜਿਆਂ ਦਾ ਲੰਗਰ ਹੋਵੇਗਾ, ਛਕ ਕੇ ਆ ਗਏ। ਤੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹ ਦੇ ਵਿੱਚ ਸਾਨੂੰ ਸਮਝਾਉਣਾ ਕੀ ਚਾਹੁੰਦੇ ਹੈ। ਤੋ ਸਾਧ ਸੰਗਤ ਜੀ, ਗੁਰਸਿੱਖਾਂ ਨੇ ਮਹਾਰਾਜ ਨੂੰ ਸਵਾਲ ਕੀਤਾ ਸੀ ਪੰਜਵੇਂ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ, ਜਦੋਂ ਵੀ ਸੰਗਰਾਂਦ ਦਾ ਦਿਹਾੜਾ ਆਉਂਦਾ ਨਾ ਮਹਾਰਾਜ, ਉਦੋਂ ਜਿਹੜੇ ਪੰਡਤ ਲੋਕ ਹੈ ਉਹ ਦੱਸਦੇ ਹੈ ਕਿ ਇਹ ਮਹੀਨੇ ਤੁਸੀਂ ਕਿਹੜਾ ਕਰਮ ਕਰਨਾ, ਤੁਹਾਨੂੰ ਕਿਹੜਾ ਫਲ ਮਿਲੇਗਾ। ਜਿਵੇਂ ਹੁਣ ਪਿੱਛੇ ਮਾਘ ਦਾ ਮਹੀਨਾ ਲੰਘ ਕੇ ਗਿਆ, ਮਾਘ ਦੇ ਮਹੀਨੇ ਪੰਡਤਾਂ ਨੇ ਆਖਿਆ ਸੀ ਕਿ ਜਿਹੜਾ ਪੁੰਨ ਦਾਨ ਕਰੇਗਾ ਉਹਨੂੰ ਬਹੁਤ ਫਲ ਮਿਲੇਗਾ। ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਠੀਕ ਹੈ ਪੁੰਨ ਦਾਨ ਕਰਨਾ ਚੰਗੀ ਗੱਲ ਹੈ, ਪਰ ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭੁਲਾਈ ਬੈਠੇ ਹੋ, ਤੁਹਾਡਾ ਪੁੰਨ ਦਾਨ ਕੀਤਾ ਵਿਅਰਥ ਹੈ। ਕਿਉਂਕਿ ਮਹਾਰਾਜ ਰਹਿਰਾ ਸਾਹਿਬ ਦੇ ਵਿੱਚ ਕਹਿੰਦੇ ਨਾ, ਰੋਜ਼ ਤੁਸੀਂ ਪੜ੍ਹਦੇ ਸੁਣਦੇ ਹੋਵੋਗੇ, ਸਤਿਗੁਰੂ ਕਹਿੰਦੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲ ਨਾਮ ਹੈ ਕਲਯੁਗ ਦਾ। ਕਲਯੁਗ ਦੇ ਵਿੱਚ ਸਾਰਿਆਂ ਤੋਂ ਵੱਡਾ ਪੁੰਨ ਕਿਹੜਾ ਹੈ? ਹੁਣ ਜੇ ਕੋਈ ਗਰੀਬ ਹੈ ਉਹ ਨਹੀਂ ਪੁੰਨ ਦਾਨ ਕਰ ਸਕਦਾ, ਉਹ ਕਿਹੜਾ ਵੱਡਾ ਪੁੰਨ ਕਰੇ? ਉਹ ਪੁੰਨ ਕਰੇ ਕਿ ਅਕਾਲ ਪੁਰਖ ਦੇ ਗੁਣ ਗਾਵੇ, ਪਰਮੇਸ਼ਰ ਦੇ ਗੁਣ ਗਾਵੇ, ਵਾਹਿਗੁਰੂ ਵਾਹਿਗੁਰੂ ਰਾਮ 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 ਕਰੇ। ਤਾਂ ਮਹਾਰਾਜ ਕਹਿੰਦੇ ਉਹਨੇ ਸਾਰੇ ਹੀ ਪੁੰਨ ਕਰ ਲਏ। ਤੇ ਜਿਨ੍ਹਾਂ ਨੇ ਭਾਈ ਸਤਿਗੁਰੂ ਮਹਾਰਾਜ ਦੇ ਪਵਿੱਤਰ ਗੁਣ ਗਾਉਣ ਦਾ ਪੁੰਨ ਕੀਤਾ, ਉਹਨਾਂ ਵਿੱਚ ਫਿਰ ਹੰਕਾਰ ਨਹੀਂ ਰਿਹਾ। ਨਹੀਂ ਤੇ ਸਾਧ ਸੰਗਤ ਜੀ, ਮੇਰੇ ਵਰਗੇ ਪੁੰਨ ਦਾਨ ਕਰਕੇ ਕਹਿੰਦੇ ਕਿ ਮੈਂ ਦਾਨੀ ਹਾਂ। ਆ ਤੁਸੀਂ 9ਵੇਂ ਪਾਤਸ਼ਾਹ ਦੇ ਸ਼ਲੋਕ ਸੁਣੇ ਐ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਤਾ ਕੀ ਕਹਿੰਦੇ? ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ। ਕਿ ਜਿਹੜਾ ਭਾਈ ਪੁੰਨ ਦਾਨ ਕਰਕੇ ਮਾਨ ਕਰੇ ਕਿ ਮੈਂ ਬਹੁਤ ਵੱਡਾ ਦਾਨੀ ਹਾਂ, ਮੇਰੇ ਤੋਂ ਬਿਨਾਂ ਦਾਨ ਨਹੀਂ ਸੀ ਕੋਈ ਕਰ ਸਕਦਾ। ਹੰਕਾਰ ਮਾੜਾ ਮਹਾਰਾਜ ਨੇ ਇਹ ਆਖਿਆ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰੇ ਇਸ਼ਨਾਨ। ਸਤਿਗੁਰੂ ਮਹਾਰਾਜ ਕਹਿੰਦੇ ਵੀ ਇਉਂ ਹੈ ਕਿ ਜਿਵੇਂ ਹਾਥੀ ਨਹਾ ਤੇ ਲਿਆ, ਤੇ ਭਾਈ ਉਹਨੇ ਕੀਤਾ ਕੀ ਹੈ ਕਿ ਫਿਰ ਖੇਹ ਵਿੱਚ, ਸੁਆਹ ਵਿੱਚ, ਮਿੱਟੀ ਵਿੱਚ ਸੁੰਡਾਂ ਭਰ ਭਰ ਕੇ ਆਪਣੇ ਤੇ ਪਾਉਣ ਲੱਗ ਗਿਆ।
ਪੁੰਨ ਦਾਨ ਕਰਨਾ ਹੈ ਤੇ ਆਖੋ ਮਹਾਰਾਜ ਤੂੰ ਕਿਰਪਾ ਕੀਤੀ ਤੇ ਕਰਾਇਆ, ਇਹ ਤੇਰੀ ਬਖਸ਼ਿਸ਼ ਹੈ, ਰਹਿਮਤ ਹੈ। ਤੇ ਸਾਧ ਸੰਗਤ ਜੀ, ਪਰ ਜਿੱਥੇ ਦਾਨੀਆਂ ਦੀ ਗੱਲ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਦਾਨੀ ਨਹੀਂ ਹੋਇਆ। ਉਹ ਕਲਗੀਧਰ ਪਾਤਸ਼ਾਹ ਸਾਧ ਸੰਗਤ ਜੀ, ਕੋਈ ਸੋਨਾ ਦਾਨ ਕਰੇ, ਚਾਂਦੀ ਦਾਨ ਕਰੇ, ਮਾਇਆ ਹੀਰੇ ਦਾਨ ਕਰੇ, ਅਸ ਦਾਨ, ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਬਾਣੀ ਕਹਿੰਦੀ ਏ ਸੋਨਾ ਦਾਨ ਕਰ, ਚਾਂਦੀ ਦਾਨ ਕਰ, ਸੇਜਾ ਤੇ ਨਾਰੀ ਰਹਿਣ ਵਾਲੀ ਵੀ ਦਾਨ ਕਰ ਦੇ, ਏਡਾ ਵੀ ਤੂੰ ਦਾਨੀ ਹੋ ਜਾ। ਮਹਾਰਾਜ ਕਹਿੰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ, ਭਗਤ ਬਾਣੀ ਦੇ ਦੁਆਰਾ। ਪਰ ਸਾਧ ਸੰਗਤ ਜੀ, ਇਹ ਗੁਰੂ ਗੋਬਿੰਦ ਸਿੰਘ ਉਹ ਦਾਨੀ ਹੈ ਕਿ ਜਿਹਨੇ ਆਪਣਾ ਸਰਬੰਸ ਵਾਰਿਆ, ਆਪਣਾ ਸਰਬੰਸ। ਤੋ ਆਓ ਇਤਿਹਾਸ ਨਾਲ ਜੁੜੀਏ। ਮੈਂ ਫਿਰ ਬੇਨਤੀ ਕਰਾਂ, ਇਕਾਗਰਤਾ ਬਣਾ ਕੇ ਰੱਖਿਓ। ਸਿੱਧੀ ਜੀ ਗੱਲ, ਜਿਹੜਾ ਮੇਰੇ ਵਾਲਾ ਕੀਰਤਨ ਹੁੰਦਾ ਨਾ, ਇਹ ਜਾਣਕਾਰੀ ਵਾਲਾ ਹੁੰਦਾ ਹੈ। ਹੋਰਾਂ ਦਾ ਤੁਸੀਂ ਕੀਰਤਨ ਚਲੋ ਸਾਰੇ ਚੰਗੇ ਹੈ, ਪਰ ਥੋੜ੍ਹਾ ਧਿਆਨ ਦਿਓ, ਕਿਉਂਕਿ ਗੁਰਬਾਣੀ ਤੋਂ ਗੱਲ, ਟਕਸਾਲ ਦਾ ਸਿਧਾਂਤ ਹੈ, ਦਮਦਮੀ ਟਕਸਾਲ ਪਿੰਡਰਾਂ ਦਾ, ਗੁਰਬਾਣੀ ਤੋਂ ਬਾਹਰ ਗੱਲ ਹੀ ਨਹੀਂ ਕਰਨੀ। ਇਸ ਕਰਕੇ ਇਕਾਗਰਤਾ ਬਣਾਓ। ਆਪਾਂ ਇਤਿਹਾਸ ਸੁਣੀਏ ਮਹਾਰਾਜ ਦਾ। ਸਾਧ ਸੰਗਤ ਜੀ, ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਪਰ ਸੁਭਾਏ ਮਾਣ ਹੈ, ਤੇ ਭੀਮ ਚੰਦ ਰਾਜਾ ਸੀ 22 ਧਾਰੀਆਂ ਦਾ। ਉਹ 22 ਧਾਰੀਆਂ ਦਾ ਰਾਜਿਆਂ ਚੋਂ ਸਾਧ ਸੰਗਤ ਜੀ, ਭੀਮ ਚੰਦ ਸ੍ਰੇਸ਼ਟ ਸੀ, ਰਾਜਾ ਸੀ, ਮੁਖੀ ਸੀ, ਮੁਖੀ ਸੀ ਸਾਧ ਸੰਗਤ ਜੀ 22 ਧਾਰੀਆਂ ਦੇ ਰਾਜਿਆਂ ਚੋਂ ਭੀਮ ਚੰਦ। ਤੇ ਉਸ ਵੇਲੇ ਹੋਇਆ ਕੀ ਹੈ ਸਾਧ ਸੰਗਤ ਜੀ, ਇਹ ਭੀਮ ਚੰਦ ਰਾਜੇ ਨੇ ਦੇਵੀ ਦਾਸ ਨਾਮ ਦੇ ਇੱਕ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਕੋਲ ਭੇਜਿਆ, ਖਬਰ ਲੈਣ ਵਾਸਤੇ, ਸੂਹ ਲੈਣ ਵਾਸਤੇ। ਧਿਆਨ ਦਿਓ, ਉਦੋਂ ਅੱਜ ਵਾਲਾ ਟਾਈਮ ਨਹੀਂ ਸੀ ਕਿ ਵੇ ਸਰਕਾਰ ਨੇ ਇੰਟੈਲੀਜੈਂਸੀ ਛੱਡੀ ਹੋਵੇਗੀ, ਖੁਫੀਆ ਏਜੰਸੀ ਛੱਡੀ ਹੋਵੇਗੀ। ਪੁਰਾਣੇ ਸਮੇਂ ਦੇ ਵਿੱਚ ਪਤਾ ਭੇਤ ਕਿੱਦਾਂ ਲੈਂਦੇ ਸੀ, ਲਿਬਾਸ ਧਾਰ ਲਿਆ, ਭੇਖ ਬਣਾ ਲਿਆ, ਕਿਸੇ ਦੀ ਮੁਖਬਰੀ ਇੱਦਾਂ ਹੁੰਦੀ ਸੀ। ਅੱਜ ਵਾਲਾ ਟਾਈਮ, ਅੱਜ ਤੇ ਮੋਬਾਈਲਾਂ ਤੇ ਸਾਧ ਸੰਗਤ ਜੀ ਉਹ ਲੋਕੇਸ਼ਨ ਹੈ ਜਿਹੜੀ ਉਹਨੂੰ ਟਰੇਸ ਕਰ ਲੈਂਦੇ ਨੇ, ਬੜੇ ਸਾਧਨ ਨੇ ਅੱਜ। ਪਰ ਸਾਧ ਸੰਗਤ ਜੀ, ਕਲਗੀਧਰ ਮਹਾਰਾਜ ਦੇ ਵੇਲੇ ਦੀ ਇਹ ਗੱਲ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਇਤਿਹਾਸ ਮਹਾਰਾਜ ਦਾ, ਕਹਿੰਦੇ ਕਲਗੀਧਰ ਮਹਾਰਾਜ ਕੋਲ ਭੇਜਿਆ ਦੇਵੀ ਦਾਸ ਨੂੰ ਭੀਮ ਚੰਦ ਰਾਜੇ ਨੇ, ਕਿ ਹੇ ਦੇਵੀ ਦਾਸ, ਜਾ ਜਾ ਕੇ ਆ ਕਲਗੀਧਰ ਕੋਲ, ਕਿੰਨੇ ਕੁ ਉਹਨਾਂ ਕੋਲ ਸਿਪਾਹੀ ਨੇ, ਸ਼ਾਸਤਰ ਨੇ, ਕੀ ਕਰਦੇ ਆ ਮਹਾਰਾਜ, ਵੇਖ ਕੇ ਗਿਆ ਤੇ ਮੈਨੂੰ ਆ ਕੇ ਦੱਸਣਾ ਆ। ਇਹ ਭੀਮ ਚੰਦ ਨੇ ਡਿਊਟੀ ਲਾਤੀ। ਭੀਮ ਚੰਦ ਜਿਹੜਾ ਰਾਜਾ ਸੀ ਸਾਧ ਸੰਗਤ ਜੀ, ਦੇਖੋ ਇਹਨੂੰ ਪਤਾ ਤੇ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੁਆਮੀ ਜੀ ਸ੍ਰੇਸ਼ਟ ਨੇ, ਯੋਧੇ ਨੇ, ਮਹਾਬਲੀ ਹੈ, ਉਹਨਾਂ ਵਰਗੀ ਵਿਦਿਆ ਕਿਸੇ ਕੋਲ ਨਹੀਂ ਹੈ, ਸ਼ਾਸਤਰ ਵਿਦਿਆ। ਇੱਥੇ ਐਵੇਂ ਸਾਧ ਸੰਗਤ ਜੀ 4 ਕੁ ਦਿਨ ਜਾ ਕੇ ਨਾ ਉਹ ਜਿਮ ਜਿਹੇ 'ਚ ਡੌਲੇ ਜਿਹੇ ਦਿਖਾਉਣ ਲੱਗ ਜਾਂਦੇ, ਲੈ ਜੀ ਮੇਰੇ ਵੱਡਾ ਕੋਈ ਤਾਕਤਵਾਰੀ ਨਹੀਂ ਹੈ। ਯਾਦ ਰੱਖੋ, ਗੁਰਬਾਣੀ ਪਤਾ ਕੀ ਕਹਿੰਦੀ ਹੈ, ਮਹਾਰਾਜ ਸਤਿਗੁਰੂ ਕਹਿੰਦੇ ਨੇ, ਜਿਹੜਾ ਕਹਿੰਦਾ ਨਾ ਮੈਂ ਬਲਵਾਨ ਹਾਂ, ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸਕਾ ਸਾਸ ਨਾ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਸਾਧ ਸੰਗਤ ਜੀ, ਜਿਹੜਾ ਆਖੇ ਨਾ ਮੈਂ ਬਲਵਾਨ ਹਾਂ, ਭੀਮ ਚੰਦ ਨੂੰ ਮਾਣ ਸੀ, ਹੰਕਾਰ ਸੀ ਕਿ ਮੈਂ ਬਲਵਾਨ ਹਾਂ, ਮੇਰੇ ਪਾਸ ਬਹੁਤ ਸੈਨਾ ਆ, ਸਿਪਾਹੀ ਹੈ, ਸੂਰਬੀਰ ਯੋਧੇ ਹੈ, ਪਰ ਡਰਦਾ ਵੀ ਹੈ ਕਲਗੀਧਰ ਮਹਾਰਾਜ ਤੋਂ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਨੇ
ਜਿਹੜੇ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ 10ਵੇਂ ਸਰੂਪ ਧਾਰਿਆ ਮਹਾਰਾਜ, ਆਪ ਨਿਰੰਕਾਰ ਸਰੀਰ ਧਾਰੀ ਬੈਠੇ ਐ। ਕੀ ਨਹੀਂ ਕਰ ਸਕਦੇ ਕਲਗੀਧਰ ਸੁਆਮੀ ਜੀ, ਕੀ ਨਹੀਂ ਕਰ ਸਕਦੇ। ਪਰ ਭੀਮ ਚੰਦ ਰਾਜੇ ਨੂੰ ਹੰਕਾਰ ਹੈ, ਫੌਜਾਂ ਤੇ ਮਾਣ ਹੈ, ਹੋ ਜਾਂਦਾ ਸਾਨੂੰ ਵੀ ਮੇਰੇ ਪਾਸ ਮਾਇਆ ਬਹੁਤ ਹੈ, ਮੇਰੇ ਪਾਸ ਇਹ ਲੋਕ ਬੜੇ ਨੇ। ਯਾਦ ਰੱਖਿਓ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਅਕਾਲ ਪੁਰਖ ਦੀ ਤੇਰੇ ਤੋਂ ਨਜ਼ਰ ਹਟ ਗਈ ਨਾ, ਇਹ ਝੁੰਡ ਨੇ ਬਾਤ ਨਹੀਂ ਤੇਰੀ ਪੁੱਛਣੀ। ਐਵੇਂ ਲੋਕਾਂ ਪਿੱਛੇ ਕਬੀਰ ਸਾਹਿਬ ਕਹਿੰਦੇ, ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ। ਸਾਧ ਸੰਗਤ ਜੀ, ਆਪਣੇ ਦੀਨ ਧਰਮ ਨੂੰ ਭੁੱਲਣਾ ਕਿ ਮੇਰਾ ਦੀਨ ਹੈ ਨਿਮਰਤਾ ਵਿੱਚ ਰਹਿਣਾ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ। ਮਹਾਰਾਜ ਕਹਿੰਦੇ ਮਿੱਟੀ ਵਰਗੀ ਨਿਰਮਾਣਤਾ ਬਾਬਾ ਫਰੀਦ ਸਾਹਿਬ ਕਹਿੰਦੇ। ਦੇਖੋ ਮਿੱਟੀ ਦੀ ਨਿਰਮਾਣਤਾ, ਮਿੱਟੀ ਦੀ ਨਰਮਾਈ ਦੇਖੋ ਕਿੰਨੀ ਹੈ। ਮਹਾਰਾਜ ਸਤਿਗੁਰੂ ਕਹਿੰਦੇ ਭਾਵੇਂ ਧਰਤੀ ਨੂੰ ਪੱਟੀ ਜਾਓ, ਭਾਵੇਂ ਧਰਤੀ ਤੇ ਚੰਦਨ ਦਾ ਲੇਪ ਕਰੋ, ਕੋਈ ਮਤਲਬ ਨਹੀਂ ਹੈ ਧਰਤੀ ਨੂੰ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ। ਜੀਵ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਦੇਖੋ ਸਾਧ ਸੰਗ ਮਿੱਟੀ ਤੋਂ ਦੇਖੋ ਇਹ ਗੁਣ ਲੈਣਾ ਕਰੋ, ਨਿਰਮਾਣਤਾ ਦਾ ਗੁਣ, ਨਿਮਰਤਾ ਦਾ ਗੁਣ। ਭੀਮ ਚੰਦ ਰਾਜੇ ਨੂੰ ਸਾਧ ਸੰਗਤ ਜੀ ਆਪਣੇ ਸੈਨਾ ਤੇ ਮਾਣ ਹੰਕਾਰ ਹੈ, ਬੜੀ ਮੇਰੇ ਕੋਲ ਸੈਨਾ ਹੈ। ਪਰ ਕਲਗੀਧਰ ਮਹਾਰਾਜ ਜਾਣਦੇ ਹੈ ਸੱਚੇ ਪਾਤਸ਼ਾਹ ਜੀ। ਤੇ ਇਸੇ ਕਰਕੇ ਧਨਵੰਤਾ ਹੋਏ ਕਿਆ ਕੋ, ਧਨਵੰਤਾ ਹੋਏ ਕਰ ਗਰਬਾਵੇ। ਐਵੇਂ ਮਾਇਆ ਲੈ ਕੇ ਮਾਇਆ ਤੇਰੇ ਕੋਲ ਬਹੁਤ ਹੋਵੇ ਮਾਣ ਨਾ ਕਰੀ। ਉਹ ਨਿਰੰਕਾਰ ਕਾਲ ਪੁਰਖ ਨੂੰ ਮਾਣ ਨਹੀਂ ਪਾਉਂਦਾ, ਹੰਕਾਰੀਆਂ ਨਿੰਦਕਾਂ ਨੂੰ ਪਿੱਠ ਦੇ ਕੇ ਰੱਖਦਾ ਵਾਹਿਗੁਰੂ। ਕਿਸੇ ਦੀ ਨਿੰਦਿਆ ਨਾ ਕਰੋ ਤੇ ਹੰਕਾਰ ਕਰਨਾ ਛੱਡੋ, ਹੰਕਾਰ ਤਿਆਗੋ। ਕਿਉਂਕਿ ਬਾਣੀ ਦਾ ਇੱਕ ਵਚਨ ਹੈ ਕਿ ਜੋਤ ਖਿੰਚਾ ਟਹਿ ਹੋਏ। ਜਿਵੇਂ ਅੱਛਾ ਮਾਣ ਕਿਉਂ ਨਹੀਂ ਕਰਨਾ ਚਾਹੀਦਾ, ਧਿਆਨ ਦਿਓ। ਜਿਵੇਂ ਮਾਲਾ ਉਹਦੇ ਵਿੱਚ ਸਾਧ ਸੰਗਤ ਜੀ ਧਾਗਾ ਲੰਘਿਆ ਤੇ ਤਾਂ ਪਰੋਈ ਹੋਈ ਹੈ, ਮਣ ਕੇ ਤਾਂ ਪਰੋਏ ਨੇ। ਧਾਗਾ ਖਿੱਚ ਦੋ, ਭਾਵੇਂ ਤੂੰ ਮਣ ਕੇ 108 ਨੇ, ਭਾਵੇਂ 1000 ਹੈ, ਬਿਖਰ ਜਾਣਗੇ। ਇਸੇ ਤਰ੍ਹਾਂ ਹੀ ਕਾਲ ਪੁਰਖ ਨਿਰੰਕਾਰ ਸਾਡੇ ਅੰਦਰ ਬੈਠੇ ਹੈ ਆਤਮਾ ਕਰਕੇ। ਤੇ ਜਿੱਦੇ ਉਹਦੀ ਆਤਮਾ ਚਲੇਗੀ, ਕਾਹਦਾ ਮਾਣ, ਕਾਹਦਾ ਰੂਪ ਤੇਰਾ, ਕਿਹੜੇ ਲੋਕ, ਸਭ ਬਿਖਰ ਜਾਣਗੇ, ਭੁੱਲ ਜਾਣਗੇ, ਭੱਜ ਜਾਣਗੇ ਤੇਰੇ ਪਾਸੋਂ। ਮਹਾਰਾਜ ਕਹਿੰਦੇ ਭਾਈ ਜੋਤ ਖਿੰਚੈ ਟਹਿ ਹੋਏ, ਕਿ ਜਦੋਂ ਕਾਲ ਪੁਰਖ ਜੋਤ ਖਿੱਚ ਲੈਂਦਾ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਧੰਨ ਗੁਰੂ ਰਾਮਦਾਸ ਪਿਤਾ ਕਹਿੰਦੇ, ਜਦੋਂ ਕਾਲ ਪੁਰਖ ਆਪਣੀ ਜੋਤ ਤਾਕਤ ਖਿੱਚ ਲਵੇ, ਆ ਮੈਂ ਰੱਬ ਦੀ ਤਾਕਤ ਕਰਕੇ ਬੋਲਦਾ, ਉਹਦੀ ਤਾਕਤ ਅੰਦਰ ਹੈ ਤੇ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ। ਤੇ ਸਾਧ ਸੰਗਤ ਜਦੋਂ ਉਹਦੀ ਆਤਮਾ ਜੋਤ ਨਹੀਂ ਨਾ ਹੁੰਦੀ, ਮਨੁੱਖ ਉਹੀ ਹੁੰਦਾ ਆ, ਨਾ ਸੁਣ ਸਕਦਾ, ਨਾ ਤੁਰ ਸਕਦਾ, ਨਾ ਸਾਧ ਸੰਗਤ ਜੀ ਬੋਲ ਸਕਦਾ ਆ। ਇਹ ਅਕਾਲ ਪੁਰਖ ਦੀ ਤਾਕਤ ਹੈ ਸਾਧ ਸੰਗਤ ਜੀ। ਤੇ ਇਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜੋਤ ਖਿੰਚਾ ਟਹਿ ਹੋਏ, ਕਿ ਜਦੋਂ ਮਹਾਰਾਜ ਜੋਤ ਖਿੱਚ ਲੈਂਦੇ ਹੈ ਉਦੋਂ ਇਹ ਜਿਹੜਾ ਮਨੁੱਖ ਹੈ ਢੇਰੀ ਹੋ ਜਾਂਦਾ ਆ। ਇਸ ਕਰਕੇ ਭਾਈ ਭੀਮ ਚੰਦ ਨੂੰ ਮਾਣ ਸੀ, ਹੰਕਾਰ ਸੀ। ਇਹਨੇ ਦੇਵੀ ਦਾਸ ਨੂੰ ਭੇਜਿਆ ਮਹਾਰਾਜ ਦੇ ਪਾਸ ਕਿ ਜਾ ਕੇ ਖਬਰ ਲੈ ਕੇ ਆ। ਭਾਈ ਦੇਵੀ ਦਾਸ ਚਲਿਆ ਗਿਆ। ਇਹ ਸਾਧ ਸੰਗਤ ਜੀ ਮੁਖਬਰੀ ਕਰਨ ਲਈ ਜਦੋਂ ਦੇਵੀ ਦਾਸ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਕੋਲ ਗਿਆ ਨਾ, ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਪਰ ਸੁਭਾਏ ਮਾਣੇ ਤਖਤ ਦੇ ਬਿਰਾਜੇ ਹੈ ਕਲਗੀਧਰ ਪਾਤਸ਼ਾਹ। ਇਹਨੇ ਜਦੋਂ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ, ਇਹ ਦੇਵੀ ਦਾਸ ਦਾ ਵਜ਼ੀਰ ਸੀ, ਮੁਖਬਰੀ ਕਰਨ ਨੂੰ ਰੱਖਿਆ ਹੋਇਆ ਸੀ ਸਾਧ ਸੰਗਤ ਜੀ ਭੀਮ ਚੰਦ ਨੇ ਦੇਵੀ ਦਾਸ ਨੂੰ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਸਾਧ ਸੰਗਤ ਜੀ ਕੇਵਲ ਕਲਮ ਲਿਖ ਸਕਦੀ ਹੈ, ਪਰ ਮਹਾਰਾਜ ਦਾ ਜਿਹੜਾ ਰੂਪ ਹੈ, ਰੰਗ ਹੈ, ਮਹਾਰਾਜ ਦੀ ਠਾਠ ਬਾਠ ਹੈ, ਉਹ ਤੇ ਮਹਾਰਾਜ ਆਪ ਹੀ ਜਾਣਦੇ ਹੈ।
ਸਾਧ ਸੰਗ ਹੈ ਜੀ ਆਪ ਆਪਣੀ ਬੁੱਧ ਹੈ ਜੀਤੀ, ਜਿੰਨੇ ਕਿਸੇ ਦੀ ਬੁੱਧੀ ਹੈ ਉਹ ਮਹਾਰਾਜ ਦੇ ਰੂਪ ਨੂੰ, ਰੰਗ ਨੂੰ, ਤੇਜ ਨੂੰ ਕਹਿੰਦਾ ਹੈ, ਪਰ ਉਹ ਸਤਿਗੁਰੂ ਕਲਗੀਧਰ ਦਾ ਰੂਪ ਰੰਗ ਕਹਿਆ ਨਹੀਂ ਜਾ ਸਕਦਾ। ਜਦੋਂ ਸਾਧ ਸੰਗ ਹੈ ਜੀ ਮਹਾਰਾਜ ਕੋਲ ਗਿਆ ਦੇਵੀਦਾਸ, ਹੁਣ ਘਟ ਘਟ ਕੇ ਅੰਤਰ ਕੀ ਜਾਣਤ, ਮਹਾਰਾਜ ਤੇ ਜਾਣਦੇ ਆ ਨਾ। ਆ ਸਾਡੇ ਸਿੱਖਾਂ ਨੂੰ ਭੁਲੇਖਾ ਪੈ ਗਿਆ ਕਿ ਗੁਰੂ ਨੂੰ ਦੱਸਣਾ ਪੈਣਾ ਆ, ਪਰ ਮਹਾਰਾਜ ਕਹਿੰਦੇ ਨਹੀਂ, ਇਹ ਗੁਰਬਾਣੀ ਨਹੀਂ ਕਹਿੰਦੀ। ਮਹਾਰਾਜ ਤਾਂ ਕਹਿੰਦੇ ਸੱਦ ਸੁਣਦਾ, ਸੱਦ ਵੇਖਦਾ, ਆ ਤੁਹਾਨੂੰ ਵੇਖ ਰਿਹਾ ਅਕਾਲ ਪੁਰਖ। ਜਿਹੜਾ ਵੀ ਤੁਸੀਂ, ਮਹਾਰਾਜ ਪਤਾ ਕੀ ਕਹਿੰਦੇ ਆ, ਭਾਵੇਂ ਧਰਤੀ ਵਿੱਚ ਕਮਾਈ, ਧਰਤੀ ਦੇ ਵਿੱਚ ਬਹਿ ਕੇ ਵੀ ਤੂੰ ਕਰਮ ਕਰ ਲਈ। ਲੁਕ ਕੇ ਕਹਿਣ ਦਾ ਭਾਵ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਗੌੜੀ ਰਾਗ 'ਚ। ਗੁਰੂ ਰਾਮਦਾਸ ਪਿਤਾ ਚੌਥੇ ਮਹਾਰਾਜ ਕਹਿੰਦੇ ਭਾਵੇਂ ਧਰਤੀ ਵਿੱਚ ਕਮਾਈ, ਧਰਤੀ ਵਿੱਚ ਬਹਿ ਕੇ ਵੀ ਤੂੰ ਕਰਮ ਕਰ ਲਈ। ਉਹਦੇ ਤੈਨੂੰ ਵੇਖਦਾ ਨਾ, ਉਹ ਅੰਦਰ ਹੀ ਬੈਠਾ ਹੈ। ਇਸੇ ਕਰਕੇ ਸੱਦ ਸੁਣਦਾ, ਸੱਦ ਵੇਖਦਾ। ਮਹਾਰਾਜ ਤਾਂ ਵੇਖਦੇ ਆ ਘਟ ਘਟ ਕੇ ਅੰਤਰ ਕੀ ਜਾਣਤ। ਮਹਾਰਾਜ ਨੂੰ ਲੱਗ ਗਿਆ ਪਤਾ ਇਹ ਦੇਵੀਦਾਸ ਮੇਰੀ ਮੁਖਬਰੀ ਕਰਨ ਨੂੰ ਆਇਆ, ਇਹ ਭੀਮ ਚੰਦ ਨੇ ਭੇਜਿਆ। ਪਰ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਮਲ ਜਨਮ ਜਨਮ ਦੀ ਕੱਟੀ ਐ, ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ, ਖੁਦ ਦੇਖੇ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ
ਸੱਚੇ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਜਦੋਂ ਦਰਸ਼ਨ ਕੀਤੇ ਦੇਵੀ ਦਾਸ ਨੇ, ਸਾਧ ਸੰਗਤ ਜੀ ਦਰਸ਼ਨ ਕੀਤੇ, ਭਾਵਨਾ ਤੇ ਇਹ ਲੈ ਕੇ ਆਇਆ ਕਿ ਮੈਂ ਭੀਮ ਚੰਦ ਨੂੰ ਦੱਸਾਂਗਾ, ਜਾ ਕੇ ਭੇਜਿਆ ਮੈਨੂੰ ਮੁਖਬਰੀ ਕਰਨ ਵਾਸਤੇ, ਸੂਹ ਲੈਣ ਵਾਸਤੇ। ਤੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਸਾਡੀ ਵੀ ਮੈਲ ਕੱਟੀ ਜਾਊ। ਪਤਾ ਕਿਵੇਂ ਕੱਟੀ ਜਾਊਗੀ? ਬਾਣੀ ਨੂੰ ਪੜ੍ਹ ਕੇ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਤੇ ਚੋਰ ਵੀ ਵੇਖਦਾ, ਕਿ ਚੋਰੀ ਛੱਡਦੀ ਉਹਨੇ? ਸ਼ਰਾਬੀ ਬੰਦਾ ਵੀ ਵੇਖਦਾ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਕਿ ਉਹਨੇ ਸ਼ਰਾਬ ਛੱਡਦੀ? ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਕੀ ਹੈ? ਕਿ ਮਹਾਰਾਜ ਦੀ ਬਾਣੀ ਨੂੰ ਪੜ੍ਹਨਾ। ਜੋ ਜੋ ਬਾਣੀ ਵਿੱਚ ਉਪਦੇਸ਼ ਹੈ, ਉਹ ਬਾਣੀ ਦੇ ਉਪਦੇਸ਼ ਨੂੰ ਕਮਾਉਣਾ ਮਹਾਰਾਜ ਦੇ ਦਰਸ਼ਨ ਹੈ। ਗੁਰਬਾਣੀ ਨੇ ਇੱਥੋਂ ਤੱਕ ਕਹਿਤਾ, ਪੜ੍ਹੋ ਮਹਾਰਾਜ ਦੀ ਬਾਣੀ। ਕੀ ਕਹਿੰਦੇ ਹੈ ਮਹਾਰਾਜ? ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਓ। ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹੈ। ਗੁਰੂ ਅਮਰਦਾਸ ਪਿਤਾ ਦੇ, ਤੀਜੇ ਮਹਾਰਾਜ ਦੀ, ਜਿਨ੍ਹਾਂ ਦੀ ਆਨੰਦ ਸਾਹਿਬ ਬਾਣੀ ਤੁਸੀਂ ਪੜ੍ਹਦੇ ਹੋ ਰੋਜ਼। ਕਲਗੀਧਰ ਵਾਹਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤੂੰ ਗੁਰੂ ਕੋਲੇ 100 ਗੇੜਾ ਮਾਰ ਜਾ, ਪਰ ਤੇਰਾ ਭਲਾ ਨਹੀਂ ਹੋਣਾ, ਤੇਰੀ ਮੈਲ ਨਹੀਂ ਕੱਟੀ ਜਾਣੀ। ਮੈਲ ਤੇਰੀ ਉਦੋਂ ਕੱਟੀ ਜਾਵੇਗੀ ਪਾਪਾਂ ਦੀ, ਜਦੋਂ ਭਾਈ ਸਤਿਗੁਰੂ ਦੀ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ। ਕਿ ਮਹਾਰਾਜ ਕਹਿੰਦੇ ਜਿਤ ਪੀਤੈ ਮਤ ਦੂਰ ਹੋਏ। ਮਹਾਰਾਜ ਕਹਿੰਦੇ ਚੋਰੀ ਨਹੀਂ ਕਰਨੀ, ਚੋਰ ਕੀ ਹਾਮਾ ਭਰੇ ਨਾ ਕੋਏ। ਮਹਾਰਾਜ ਕਹਿੰਦੇ ਨਿੰਦਿਆ ਨਹੀਂ ਕਰਨੀ, ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਇਹ ਹੈ ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ। ਇਹਨੂੰ ਦਰਸ਼ਨ ਕਹਿੰਦੇ ਆ ਮਹਾਰਾਜ ਦੇ। ਹੁਣ ਸਾਧ ਸੰਗਤ ਜੀ ਲੀਡਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਆ ਨਾ, ਚਾਹੇ ਕੋਈ ਵੀ ਹੋਵੇ ਭਾਵੇਂ। ਕੀ ਝੂਠ ਬੋਲਣਾ ਛੱਡਤਾ ਉਹਨਾਂ ਨੇ? ਲੋਕਾਂ ਨਾਲ ਧੋਖੇ ਕਰਨੇ ਛੱਡਦੇ ਲੀਡਰਾਂ ਨੇ? ਨਹੀਂ ਨਾ ਛੱਡੇ, ਬਸ ਉਹ ਬਾਹਰੋਂ ਹੀ ਵੇਖਦੇ ਐ। ਤੇ ਜੇ ਸਾਧ ਸੰਗਤ ਜੀ ਜਿਨ੍ਹਾਂ ਨੇ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇਖਿਆ ਹੀ ਨਹੀਂ, ਪੜ੍ਹਿਆ, ਵਿਚਾਰਿਆ, ਸੁਣਿਆ। ਗੁਰਸਿੱਖਾਂ ਪਾਸੋਂ ਬਾਣੀ ਸੁਣਦੇ ਸੀ ਮਹਾਰਾਜਾ ਰਣਜੀਤ ਸਿੰਘ। ਤੇ ਜਦੋਂ ਉਹਨੇ ਹਰਿਮੰਦਰ ਸਾਹਿਬ ਜਾਣਾ ਨਾ, ਕਰੋੜਾਂ ਦਾ, ਲੱਖਾਂ ਦਾ ਹਾਰ ਜਿਹੜਾ ਸੀ, ਹੀਰਾ ਸੀ, ਸਾਧ ਸੰਗਤ ਜੀ ਕਲਗੀ ਤੇ ਲੱਗਿਆ, ਜੁੱਤੀਆਂ 'ਚ ਲਾ ਕੇ ਜਾਂਦਾ ਸੀ ਸੰਗਤਾਂ ਦੇ। ਤੇ ਕਹਿੰਦਾ ਮੈਂ ਨਹੀਂ ਲਾਉਣਾ। ਕਿਉਂ? ਕਿਉਂਕਿ ਅੱਗੇ ਗੁਰੂ ਕਲਗੀਧਰ ਬੈਠੇ ਨੇ, ਕਲਗੀ ਲਾਈ। 6ਵੇਂ ਪਾਤਸ਼ਾਹ ਬੈਠੇ ਨੇ, ਕਾਲ ਤਖਤ ਤੇ ਕਲਗੀ ਲਾਈ। ਮੈਂ ਬਰਾਬਰੀ। ਉਹ ਸੀ ਮਹਾਰਾਜਾ ਰਣਜੀਤ ਸਿੰਘ। ਤੇ ਸਾਧ ਸੰਗਤ ਜੀ, ਤੇ ਉਹ ਐਵੇਂ ਨਹੀਂ ਸਾਧ ਸੰਗਤ ਜੀ ਮਹਾਰਾਜੇ ਰਣਜੀਤ ਸਿੰਘਾਂ ਨੂੰ ਲੋਕ ਯਾਦ ਕਰਦੇ। ਉਹ ਜਿਹਾ ਰਾਜ ਕਿੱਥੋਂ ਨਹੀਂ ਮਿਲੇਗਾ। ਕਿਉਂਕਿ ਉਹ ਜਿਹੜਾ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਸੀ ਨਾ, ਕੇਵਲ ਰਾਜ ਹੀ ਨਹੀਂ ਕੀਤਾ, ਸਿੱਖਾਂ ਵਾਂਗੂ ਘਾਲ ਕਮਾਈ ਕੀਤੀ। ਜਿਵੇਂ ਸਿੱਖ ਮਹਾਰਾਜ ਦੀ ਕਰਦੇ ਨਾ ਕਮਾਈ ਨਾਮ ਦੀ, ਸਿੱਖ ਬਣਿਆ। ਨਿਮਰਤਾ ਰੱਖੀ। ਉਹਨੂੰ ਸਮਝ ਆ ਗਈ ਕਿ ਕੀ ਗੱਲ ਸਮਝ ਆ ਗਈ। ਜਿਵੇਂ ਕਬੀਰ ਜੀ ਕਹਿੰਦੇ ਐ, ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਾਧ ਸੰਗਤ ਜੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਤੁਹਾਨੂੰ ਦੱਸਦਾ ਵੀ ਸੰਤ ਕੌਣ ਹੁੰਦੇ ਨੇ। ਧਿਆਨ ਦੇ ਨਾਲ ਬਚਨ ਸੁਣਿਓ। ਮੈਂ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਹੈ। ਮਹਾਂਪੁਰਖਾਂ ਕੋਲ ਨਾ ਉਹ ਜਿਹੜਾ ਮੁੱਖ ਮੰਤਰੀ ਸੀ ਪ੍ਰਤਾਪ ਸਿੰਘ ਕੈਰੋਂ, ਉਹ ਆਇਆ ਟਾਈਮ ਲੈਣ ਤੇ ਲੇਟ ਹੋ ਗਿਆ। ਤੁਹਾਨੂੰ ਪਤਾ ਹੈ ਲੀਡਰਾਂ ਦਾ। ਮਹਾਂਪੁਰਖ ਸਾਧ ਸੰਗਤ ਜੀ ਗੱਡੀ ਵਿੱਚ ਬੈਠੇ ਸੈਰ ਕਰਨ ਵਾਸਤੇ ਜਾ ਰਹੇ ਸੀ। ਇੱਦਾਂ ਘੜੀ ਤੇ ਹੱਥ ਮਾਰਦਾ ਵੀ ਤੂੰ ਲੇਟ ਹੈ। ਹੋਵੇ ਪੰਜਾਬ ਦਾ ਮੁੱਖ ਮੰਤਰੀ ਤੇ ਉਹਨਾਂ ਨੂੰ ਸੰਤ ਕਹਿੰਦੇ ਨੇ ਕਿ ਤੂੰ ਲੇਟ ਹੋ ਗਿਆ, ਜਾ ਤੂੰ ਅੱਗੇ, ਸਮਾਂ ਅੱਗੇ ਆਉਣਾ ਹੈ ਤੇ ਸਮੇਂ ਅਨੁਸਾਰ ਆਈ। ਉਹ ਸੀ ਸੰਤ ਸਾਧ ਸੰਗਤ ਜੀ। ਮਹਾਰਾਜ ਐਵੇਂ ਨਹੀਂ ਕਹਿੰਦੇ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਸਾਧੂਆਂ ਬਾਰੇ ਐਵੇਂ ਨਹੀਂ ਸੀ ਕਹਿੰਦੇ।
ਸੰਤ ਕਹਿਣੀ ਜਰਨੈਲ ਸਿੰਘ ਮਹਾਂਪੁਰਖ ਸਾਧ ਸੰਗਤ ਜੀ ਭਿੰਡਰਾਂ ਵਾਲੇ ਇੰਦਰਾ ਨੂੰ ਪਤਾ ਕੀ ਕਹਿੰਦੇ ਸੀ, ਇੰਦਰਾ ਗਾਂਧੀ ਨੂੰ, ਕਿ ਇੰਦਰਾ ਤੂੰ ਮੇਰੀ ਪੈਰ ਦੀ ਜੁੱਤੀ ਦੀ ਨੋਕ ਥੱਲੇ ਹੈ। ਇਹ ਸਾਧ ਸੰਗਤ ਜੀ ਲੀਡਰਾਂ ਨੂੰ ਮੂਹਰੇ ਲਾਈ ਰੱਖਿਆ ਮਹਾਂਪੁਰਖਾਂ ਨੇ। ਆਪਾ ਕੁਰਬਾਨ ਤੇ ਹੋ ਗਏ ਪਰ ਸਿੱਖ ਕੌਮ ਦਾ ਸਿਰ ਉੱਚਾ ਕਰ ਗਏ, ਦੱਸ ਗਏ ਕਿ ਜਿਉਣਾ ਕਿਵੇਂ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਦਿਹਾੜੇ ਮਨਾਉਂਦੇ ਹੋ, ਗੁਰੂ ਗੋਬਿੰਦ ਸਿੰਘ ਦਾ ਬਚਨ ਕੀ ਹੈ ਕਿ ਅਣਖ ਨਾਲ ਜਿਉਣਾ। ਮਹਾਰਾਜ ਕਹਿੰਦੇ ਧਰਮ ਲਈ ਮਰਨਾ, ਮਜ਼ਲੂਮਾਂ ਲਈ ਰੱਖਿਆ ਕਰਨੀ, ਦਇਆ ਕਰਨੀ ਮਜ਼ਲੂਮਾਂ ਤੇ, ਉਹਦੀ ਰੱਖਿਆ ਕਰਨੀ, ਜ਼ੁਲਮ ਨਹੀਂ ਸਹਿਣਾ ਤੇ ਨਾ ਜ਼ੁਲਮ ਕਰਨਾ। ਤੁਸੀਂ ਸੁਣਿਆ ਨਾ ਸ਼ਲੋਕ ਮਹਾਰਾਜ ਦੇ, ਗੁਰੂ ਤੇਗ ਬਹਾਦਰ ਬਾਪੂ ਕੀ ਕਹਿੰਦੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਤੋਂ ਭੈ ਲੈਣਾ। ਇਹ ਗੁਰੂ ਤੇਗ ਬਹਾਦਰ ਦੇ ਬਚਨ ਹੈ ਮਹਾਰਾਜ ਦੇ, ਮੇਰੇ ਬਚਨ ਨਹੀਂ ਹੈ ਕਿਤੇ ਭੁਲੇਖਾ ਖਾ ਜਾਓ। ਭੈ ਕਾਹੂ ਕੋ ਦੇਤ ਨਹਿ, ਕਿਸੇ ਨੂੰ ਭੈ ਨਹੀਂ ਦੇਣਾ ਤੇ ਨਾ ਕਿਸੇ ਤੋਂ ਭੈ ਲੈਣਾ। ਇਹ ਸਿੱਖ ਦਾ ਕੰਮ ਨਹੀਂ ਹੈ। ਉਹ ਸਿੱਖ ਹੀ ਨਹੀਂ ਹੈ ਜਿਹੜਾ ਸਾਧ ਸੰਗਤ ਜੀ ਕਿਸੇ ਦਾ ਭੈ ਲਈ ਜਾਂਦਾ ਹੋਵੇ। ਇਹ ਸਾਧ ਸੰਗਤ ਜੀ ਭੀਮ ਚੰਦ ਰਾਜੇ ਵਰਗੇ, ਉਹਨਾਂ ਨੇ ਇਹ ਨਹੀਂ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਵਰਗਾ ਰਾਜਾ ਨਹੀਂ ਹੋਣਾ ਦੁਨੀਆ ਤੇ। ਦੁਨੀਆ ਤੇ ਜਿਹੜੇ ਰਾਜੇ ਨੇ, ਮਹਾਰਾਜਾ ਰਣਜੀਤ ਸਿੰਘ ਕਹਿੰਦਾ ਕਿ ਜਿਹੜਾ ਇਹ ਰਾਜ ਹੈ ਨਾ, ਇਹ ਰਾਜ ਇਹ ਥੋੜ੍ਹਾ ਚਿਰ ਵਾਸਤੇ ਹੁੰਦਾ। ਸਾਧ ਸੰਗਤ ਜੀ ਉਹਨੂੰ ਮਹਾਰਾਜੇ ਰਣਜੀਤ ਸਿੰਘ ਨੂੰ ਇਹ ਗੱਲ ਸਮਝ ਆਈ ਸੀ। ਬਾਬਾ ਕਬੀਰ ਜੀ ਦਾ ਬਚਨ ਜੋ ਗੁਰਬਾਣੀ ਵਿੱਚ ਹੈ, ਸਿੱਖੋ ਤੁਸੀਂ ਬਾਣੀ ਪੜ੍ਹਿਆ ਕਰੋ, ਤੁਹਾਨੂੰ ਗਿਆਨ ਹੋਵੇ। ਗਿਆਨ ਦੀ ਬੜੀ ਘਾਟ ਹੈ, ਤਾਂ ਹੀ ਤੇ ਗੁਰੂ ਘਰਾਂ ਲੜਾਈਆਂ ਨੇ। ਤੇ ਜੇ ਗਿਆਨ ਹੋਵੇ ਤੇ ਗੁਰੂ ਘਰਾਂ ਲੜਾਈਆਂ ਹੀ ਖਤਮ ਹੋ ਜਾਣ। ਕਥਾ ਸੁਣਿਆ ਕਰੋ, ਕਥਾ ਮਹਾਰਾਜ ਦੀ, ਤੁਹਾਨੂੰ ਸਮਝ ਆਵੇ ਕਿ ਮਹਾਰਾਜ ਕਹਿੰਦੇ ਕੀ ਹੈ ਸਾਨੂੰ। ਭਗਤ ਕਬੀਰ ਸਾਹਿਬ ਕਹਿੰਦੇ, ਕੋ ਹਰ ਸਮਾਨ ਨਹੀਂ ਰਾਜਾ, ਹਰੀ ਦੇ ਸਮਾਨ ਰਾਜਾ ਨਹੀਂ ਹੈ। ਤੇ ਮਹਾਰਾਜ ਦੱਸਦੇ ਆ ਸਾਧ ਸੰਗਤ ਜੀ, ਕੋਈ ਹਰੀ ਦੇ ਸਮਾਨ ਨਹੀਂ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ। ਕੋਈ ਹਰੀ ਦੇ ਸਮਾਨ ਨਹੀਂ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ।
ਦੁਨੀਆ ਦੇ ਕਿੰਨੀ ਰਾਜੇ ਗਏ ਐ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਰਾਜਾ ਕੋਈ ਨਹੀਂ ਹੁਣ। ਸਾਡੇ ਦਾਦੇ ਪੜਦਾਦੇ ਕਿੰਨੀ ਰਾਜੇ, ਦੁਨੀਆ ਤੁਰੀ ਹੋਈ ਜਾ ਰਹੀ ਹੈ, ਪਰ ਸਤਿਗੁਰੂ ਕਲਗੀਧਰ ਮਹਾਰਾਜ ਤੇ ਉੱਥੇ ਹੀ ਹੈ ਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉੱਥੇ ਹੀ ਬੈਠੇ ਨੇ। ਇਹ ਹੈ ਅਸਲੀ ਰਾਜੇ ਸਾਧ ਸੰਗਤ ਜੀ। ਤੇ ਇਸ ਰਾਜੇ ਦੇ ਮੁਰੀਦ ਬਣੋ, ਇਸ ਰਾਜੇ ਦੇ ਪੁਜਾਰੀ ਬਣੋ। ਦੁਨੀਆ ਦੇ ਝੂਠੇ ਰਾਜਿਆਂ ਦੇ ਕਾਹਦੇ ਤੁਸੀਂ ਪੁਜਾਰੀ ਬਣਦੇ ਹੋ। ਤੇ ਸਾਧ ਸੰਗਤ ਜੀ ਧਿਆਨ ਦਿਓ, ਜਦੋਂ ਦੇਵੀ ਦਾਸ ਨੇ ਮਹਾਰਾਜ ਦੇ ਦਰਸ਼ਨ ਕੀਤੇ ਕਲਗੀਧਰ ਸੁਆਮੀ ਦੇ, ਬਾਣੀ ਦਾ ਬਚਨ ਹੈ, ਮਲ ਜਨਮ ਜਨਮ ਦੀ ਕੱਟੀ ਹੈ, ਕੱਟੀ ਜਾਂਦੀ ਹੈ ਮੈਲ ਜਦੋਂ ਗੁਰੂ ਦੇ ਦਰਸ਼ਨ ਕਰੀਏ। ਆ ਤੁਹਾਡੀ ਮੈਲ ਕੱਟੀ ਜਾ ਰਹੀ ਹੈ। ਪਤਾ ਕਿਵੇਂ? ਗੁਰਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ। ਅੱਛਾ, ਮੈਲ ਕਿਵੇਂ ਲੱਗਦੀ ਹੈ? ਹੁਣ ਤੁਹਾਡੇ ਮਨ ਸਵਾਲ ਹੋਣਾ ਕਿ ਮੈਲ ਕਿਵੇਂ ਲੱਗਦੀ ਹੈ। ਸਾਧ ਸੰਗਤ ਜੀ, ਮਾੜਾ ਸੁਣਿਆ, ਮਾੜਾ ਬੋਲਿਆ, ਮਾੜਾ ਵੇਖਿਆ, ਮਾੜਾ ਕੀਤਾ, ਉਹ ਮੈਲ ਲੱਗ ਗਈ। ਹੁਣ ਕੱਪੜਾ ਆ, ਇਹਨੂੰ ਸਾਧ ਸੰਗਤ ਜੀ 10 ਦਿਨ 15 ਦਿਨ ਨਾ ਧੋਵੋ, ਮੈਲ ਹੁਣ ਚਿੱਟਾ ਹੈ ਨਾ, ਵੇਖੋ ਨਾ ਧੋਵੋ ਮੈਲ ਫਸੇਗੀ। ਤੇ ਗੁਰੂ ਸਾਹਿਬ ਨੇ ਦੱਸਿਆ, ਭਰੀਐ ਹੱਥ ਪੈਰ ਤਨ ਦੇਹ, ਸ਼ੁੱਧ ਉਚਾਰਨ ਹੈ। ਦੇਹੇ ਨਹੀਂ ਕਹਿਣਾ ਇਹਨੂੰ, ਦੇਹੇ ਤੇ ਹਾਹੇ ਨੂੰ ਵੀ ਲਾਮ ਲੱਗ ਗਈ। ਸ਼ੁੱਧ ਉਚਾਰਨ ਗੁਰਬਾਣੀ ਦਾ ਇਉਂ ਹੈ। ਤੇ ਜੇ ਕਿਤੇ ਕਮੇਟੀਆਂ ਪਿੰਡਾਂ ਦੀ, ਕਿਸੇ ਇੱਕ ਪਿੰਡ ਨੂੰ ਨਹੀਂ, ਪਿੰਡਾਂ ਦੀਆਂ ਸ਼ੁੱਧ ਗੁਰਬਾਣੀ ਵਾਲੇ ਸਿੰਘ ਰੱਖਣ ਨਾ, ਤੇ ਨਲੇ ਤੇ ਸੰਗਤ ਨੂੰ ਪਤਾ ਲੱਗੇ ਇਹਨਾਂ ਦੀ ਸ਼ੁੱਧ ਗੁਰਬਾਣੀ ਦਾ ਫਲ ਵੀ ਪ੍ਰਾਪਤ ਪੂਰਾ ਹੋਵੇ। ਗੁਰਬਾਣੀ ਕੀ ਕਹਿੰਦੀ ਹੈ? ਭਰੀਐ ਹੱਥ ਪੈਰ ਤਨ ਦੇਹ, ਇਹ ਓਂ ਬਚਨ ਹੈ। ਪਾਣੀ ਧੋਤਾ ਉੱਤਰ ਸੋ ਖੇਹ, ਖੇਹੀ ਨਹੀਂ ਕਹਿਣਾ। ਆਮ ਸੰਗਤਾਂ ਪਾਠ ਕਰਦੀਆਂ ਹੋਣਗੀਆਂ, ਉਹ ਦੇਹ ਖੇਹ ਨਾ, ਕੇਵਲ ਦੱਦੇ ਨੂੰ ਹੀ ਨਾਂ ਹੈ, ਹਾਹਾ ਮੁਕਤਾ ਹੈ। ਸ਼ੁੱਧ ਉਚਾਰਨ ਟਕਸਾਲ ਦੀ ਸੰਥਿਆ ਇਉਂ ਹੈ। ਸਾਧ ਸੰਗਤ ਜੀ, ਜਿਵੇਂ ਤੁਸੀਂ ਕੱਪੜਾ ਨਿਚੋੜਦੇ ਹੋ ਨਾ ਪਾਣੀ ਨਾਲ, ਪਾਣੀ ਦਾ ਗਿੱਲਾ ਕੱਪੜਾ ਟਕਸਾਲ ਵਿੱਚ ਇੱਦਾਂ ਨਿਚੋੜ ਦਿੰਦੇ ਐ, ਇੱਦਾਂ। ਔਰ ਸਟੇਜਾਂ 'ਤੇ ਬਹਿ ਕੇ ਕਥਾ, ਤੁਹਾਡੇ ਭਾਦੇ ਕਿਤੇ ਕਥਾ ਬਸ ਐਵੇਂ ਹੀ ਨਾ ਚੱਲਿਓ ਕਿਤੇ ਪਿੰਡਾਂ ਜਾਂ ਮੇਤੇ ਜਾਂ ਟਕਸਾਲ ਦੇ ਵਿੱਚ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋ ਖੇਹ। ਤੇਰੇ ਹੱਥ ਪੈਰ ਮਹਾਰਾਜ ਕਹਿੰਦੇ ਨੇ ਕਿ ਸਵਾਹ ਨਾਲ ਮਿੱਟੀ ਨਾਲ ਲਿਬੜ ਗਏ, ਪਾਣੀ ਲੈ ਲਿਆ ਸਾਫ਼ ਹੋ ਗਏ। ਇੱਦਾਂ ਹੀ ਹੈ ਨਾ। ਹੁਣ ਮਹਾਰਾਜ ਕਹਿੰਦੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਜੇ ਕਿਤੇ ਕੱਪੜਾ ਮਲ ਮੂਤਰ ਦੇ ਨਾਲ ਪਲੀਤਾ ਹੋ ਗਿਆ, ਸਤਿਗੁਰੂ ਕਹਿੰਦੇ ਸਾਬੂਨ ਲੈ ਕੇ ਧੋ ਲਿਆ। ਦੂਜੀ ਉਦਾਹਰਣ ਦਿੱਤੀ ਹੈ। ਤੀਜੀ ਉਦਾਹਰਣ ਦੀ ਕੀ ਦਿੰਦੇ ਆ ਮਹਾਰਾਜ? ਸਤਿਗੁਰੂ ਕਹਿੰਦੇ, ਇਸੇ ਤਰ੍ਹਾਂ ਤੇਰੀ ਮੱਤ ਆ ਮਨ ਪਾਪਾਂ ਨਾਲ ਭਰ ਗਈ, ਮੱਤ ਤੇਰੀ ਪਾਪਾਂ ਨਾਲ ਭਰੀ ਹੈ। ਇਹ ਪੂਰੇ ਗੁਰੂ ਤੋਂ ਬਿਨਾਂ ਲੈ ਨਹੀਂ ਸਕਦੀ, ਜਿੰਨਾ ਚਿਰ ਪੂਰੇ ਗੁਰੂ ਦੀ ਕਿਰਪਾ ਨਹੀਂ ਹੁੰਦੀ। ਤੇ ਪੂਰੇ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਜੰਮਣ ਮਰਨ ਨਹੀਂ ਆਉਂਦਾ, ਨਾ ਜੰਮਦੇ ਆ ਨਾ ਮਰਦੇ ਆ, ਇਹ ਪੂਰਾ ਗੁਰੂ ਹੈ। ਉਹਨੂੰ ਪੂਰਾ ਕਹਿੰਦੇ। ਬੰਦਾ ਵੀ ਅਧੂਰਾ ਹੈ, ਪੂਰਾ ਨਹੀਂ ਹੈ, ਕਿਉਂਕਿ ਜੰਮਣ ਮਰਨ ਭਿਆਏ ਦੇ ਤੇ ਮਰ ਜਾਣਾ ਨਾ ਇੱਕ ਦਿਨ ਸਾਰਿਆਂ ਨੇ। ਵਾਰੀ ਆਪੋ ਆਪਣੀ ਬਾਣੀ ਕਹਿੰਦੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਹੀ ਹੈ। ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ, ਪੂਰੇ ਗੁਰੂ ਤੋਂ ਬਿਨਾਂ ਮੈਲ ਨਹੀਂ ਉਤਰਦੀ। ਭਾਈ ਦੇਵੀ ਦਾਸ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਬਹਿ ਗਿਆ ਸੰਗਤ 'ਚ। ਧਿਆਨ ਦਿਓ, ਸੁਣੋ ਇਤਿਹਾਸ ਨੂੰ। ਮਹਾਰਾਜ ਜਿਵੇਂ ਤੁਸੀਂ ਬੈਠੇ ਹੋ ਨਾ ਮਹਾਰਾਜ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ, ਇੱਦਾਂ ਹੀ ਬਹਿ ਗਿਆ ਦੇਵੀ ਦਾਸ। ਕੀ ਦੇਖਦਾ ਹੁਣ ਉੱਥੇ? ਕਿਉਂਕਿ ਖਬਰ ਦੇਣੀ ਸੀ ਭੀਮ ਚੰਦ ਨੂੰ, ਮੁਖਬਰੀ ਕਰਨ ਭੇਜਿਆ ਸੀ ਭੀਮ ਚੰਦ ਰਾਜੇ ਨੇ, ਸੂਹ ਲੈਣ ਭੇਜਿਆ ਸੀ ਭੀਮ ਚੰਦ ਰਾਜੇ ਨੇ ਕਿ ਸੂਹ ਲੈ ਕੇ ਆ ਆਨੰਦਪੁਰ ਸਾਹਿਬ ਤੋਂ। ਤੇ ਸਾਧ ਸੰਗਤ ਜੀ ਬੈਠਾ ਨਾ ਜਦੋਂ ਮਹਾਰਾਜ ਦੇ ਦੁਆਰੇ ਤੇ, ਮਨ ਸ਼ਾਂਤ। ਇੱਥੇ ਆ ਕੇ ਮਨ ਸ਼ਾਂਤ ਹੋਣਾ। ਦੁਨੀਆ ਤੇ ਲੜਾਈ ਝਗੜੇ ਚੱਲੀ ਜਾਣੇ ਐ, ਤੇ ਬੈਠਿਆ ਕਰੋ ਘੰਟਾ ਅੱਧਾ ਘੰਟਾ, ਗੁਰਬਾਣੀ ਦੀ ਕਥਾ ਸੁਣਿਆ ਕਰੋ, ਕਥਾ ਕੀਰਤਨ ਸੁਣੋ, ਸ਼ਾਂਤ ਹੋਵੇ ਮਨ।
ਸਾਧ ਸੰਗਤ ਜੀ, ਇਹ ਉਹ ਪਾਣੀ ਹੈ ਬਾਣੀ ਦਾ ਕਿ ਜਿਹੜਾ ਸਾਡੇ ਮਨ ਤੇ ਪਾਇਆ। ਕਿਉਂਕਿ ਸਾਡਾ ਮਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਸੜਦਾ, ਨਿੰਦਿਆ, ਚੁਗਲੀ ਚ, ਈਰਖਾ, ਬਖੀਲੀ ਚ ਸੜ ਰਿਹਾ। ਬਸ ਇੱਕ ਹੀ ਸਾਧਨ ਹੈ ਇਹ ਅੱਗ ਨੂੰ ਠੰਡਾ ਕਰਨ ਦਾ, ਬਾਣੀ। ਬਾਹਰਲੇ ਪਾਣੀ ਪਾ ਕੇ ਮਨ ਠੰਡਾ ਨਹੀਂ ਹੁੰਦਾ, ਸਰੀਰ ਠੰਡਾ ਹੋ ਜਾਂਦਾ ਆ। ਸਾਧ ਸੰਗਤ ਜੀ, ਮਨ ਠੰਡਾ ਨਹੀਂ ਹੁੰਦਾ। ਇਸੇ ਕਰਕੇ ਮਹਾਰਾਜ ਕਹਿੰਦੇ ਹੈ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ, ਉਹਦੀ ਜਲਨ ਬੁਝ ਗਈ, ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਇਉਂ ਮਹਾਰਾਜ ਕਹਿੰਦੇ। ਦੇਵੀ ਦਾਸ ਬੈਠਾ ਲਿਖ ਰਿਹਾ ਨਾਲ ਨਾਲ। ਕੀ ਕਰਦੇ ਆ ਮਹਾਰਾਜ? ਸਾਧ ਸੰਗਤ ਜੀ, ਬੜੀਆਂ ਸਿੱਖ ਸੰਗਤਾਂ ਮਹਾਰਾਜ ਕੋਲ ਆਉਂਦੀਆਂ ਨੇ ਭੇਟਾਵਾਂ ਲੈ ਕੇ, ਭੇਟਾ ਲੈ ਕੇ। ਗੁਰਬਾਣੀ ਕਹਿੰਦੀ ਹੈ, ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਗੁਰੂ ਨੂੰ ਕੌਡੀ ਦਾਨ ਵੀ ਜੇ ਕੋਈ ਕਰੇ ਨਾ, ਉਹ ਵੀ ਪ੍ਰਵਾਨ ਹੈ। ਕੌਡੀ ਦਾਨ ਜੇ ਕੋਈ ਕਰ ਦਵੇ, ਅਕੌਡੀ ਅਗਰ ਭਾਗ ਰੱਖੇ, ਤਾਹੇ ਸਰਮ ਨਿਧਾਨ ਦਾਨ ਦੇਤ ਹੈ। ਗੁਰੂ ਸਾਹਿਬ ਖੁਸ਼ ਹੋ ਕੇ ਪਤਾ ਨਹੀਂ ਕਿੰਨੇ ਕੁ ਭੰਡਾਰੇ ਭਰ ਦਿੰਦੇ ਐ। ਇਸੇ ਕਰਕੇ ਗੁਰਸਿੱਖੋ, ਜਦੋਂ ਵੀ ਮਹਾਰਾਜ ਦੇ ਦਰਸ਼ਨ ਕਰਦੇ ਹੋ, ਇਹ ਚਾਣਕਿਆ ਰਿਖੀ ਜੀ ਕਹਿੰਦੇ ਸਾਨੂੰ ਟਕਸਾਲ ਵਿੱਚ ਗ੍ਰੰਥ ਪੜ੍ਹਾਉਂਦੇ ਆ, ਚਾਣਕਿਆ ਨੀਤੀ, ਰਾਜਨੀਤੀ ਦਾ ਗ੍ਰੰਥ। ਉਹ ਕਹਿੰਦੇ ਜਦੋਂ 3 ਜਾਣਿਆਂ ਕੋਲ ਜਾਣਾ ਨਾ, ਖਾਲੀ ਹੱਥ ਨਾ ਜਾਓ। ਰਾਜੇ ਕੋਲ, ਸਾਧੂ ਕੋਲ ਤੇ ਗੁਰੂ ਕੋਲ। 3 ਜਾਣਿਆਂ ਕੋਲ ਖਾਲੀ ਹੱਥ ਨਾ ਜਾਓ। ਗੁਰੂ ਕੋਲ, ਜਿਹੜਾ ਗੁਰੂ ਹੈ, ਵਿਦਿਆ ਗੁਰੂ ਹੈ, ਖਾਲੀ ਹੱਥ ਨਾ ਜਾਓ। ਸਾਧ ਸੰਗਤ ਜੀ, ਅਕਲ ਲੈ ਲੋ। ਭਗਵਾਨ ਸ਼੍ਰੀ ਕ੍ਰਿਸ਼ਨ ਕੋਲ ਗਿਆ ਸੁਦਾਮਾ, ਚੌਲ ਹੀ ਲੈ ਗਿਆ। ਘਰ ਤੇ ਭਾਵੇਂ ਮਾਇਆ ਨਹੀਂ ਸੀ, ਇੱਦਾਂ ਹੀ ਹੈ ਨਾ। ਭਾਈ ਸੁਦਾਮਾ ਚੌਲ ਹੀ ਲੈ ਗਿਆ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ। ਸ਼੍ਰੀ ਕ੍ਰਿਸ਼ਨ ਪੁੱਛਦੇ ਨੇ, ਉਹ ਸੁਦਾਮਿਆ ਕੀ ਲੈ ਕੇ ਆਇਆ? ਮਹਾਰਾਜ ਚੌਲ ਲੈ ਕੇ ਆਇਆ। ਤੇ ਉਹ ਚੌਲਾਂ ਦੀ ਖੁਸ਼ ਹੋ ਗਏ ਭਗਵਾਨ ਸ਼੍ਰੀ ਕ੍ਰਿਸ਼ਨ, ਰਾਜ ਭਾਗ ਬਖਸ਼ਿਆ ਸੁਦਾਮੇ ਨੂੰ। ਇਹ ਤੇ ਫਿਰ ਵੀ ਗੁਰੂ ਗ੍ਰੰਥ ਸਾਹਿਬ ਪੂਰੇ ਸਤਿਗੁਰੂ ਹੈ। ਦਸਵੰਧ ਕੱਢਿਆ ਕਰੋ ਭਾਈ, ਦਸਵੰਧ। ਤੇ ਦਸਵੰਧ ਲੱਗੇ ਵੀ ਗੁਰੂ ਘਰਾਂ ਤੇ, ਗਰੀਬਾਂ ਨੂੰ ਦਸਵੰਧ ਦਿਓ। ਕੋਈ ਨੰਗਾ ਤੁਰਿਆ ਫਿਰਦਾ ਵਸਤਰ ਲੈ ਕੇ ਦੇ ਦਿਓ, ਭੁੱਖਾ ਤੁਰਿਆ ਫਿਰਦਾ ਭੋਜਨ ਛਕਾ ਦਿਓ। ਕਿਉਂਕਿ ਇਹ ਭੋਜਨ ਤੇਰਾ ਨਹੀਂ, ਇਹ ਕਾਲ ਪੁਰਖ ਦਾ ਅੰਨ ਪਾਣੀ ਹੈ। ਇਹ ਅੰਨ ਪਾਣੀ ਦਾ ਦਾਤਾ ਕਾਲ ਪੁਰਖ ਹੈ। ਸਾਧ ਸੰਗਤ ਜੀ, ਜਿਸ ਕਰਕੇ ਜਦੋਂ ਉਹ ਦੇਵੀ ਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਰੇ ਤੇ ਬੈਠਾ ਵੇਖ ਰਿਹਾ, ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ ਨੇ, ਮਹਾਰਾਜ ਨੂੰ ਭੇਟਾਵਾਂ ਰੱਖ ਰਹੀਆਂ ਨੇ। ਕੋਈ ਮਹਾਰਾਜ ਕੋ ਤੋਂ ਨਾਮਦਾਨ ਮੰਗਦਾ, ਮਹਾਰਾਜ ਨਾਮਦਾਨ ਬਖਸ਼ੋ, ਮੈਨੂੰ ਸਿਮਰਨ ਭਜਨ ਦੀ ਤਾਕਤ ਬਖਸ਼ੋ। ਕੋਈ ਗਰੀਬ ਹੈ, ਮਹਾਰਾਜ ਮੇਰੇ ਕੋਲ ਮਾਇਆ ਨਹੀਂ ਹੈ, ਮਹਾਰਾਜ ਸਾਰਿਆਂ ਨੂੰ ਹੀ ਖੁਸ਼ ਕਰਦੇ ਹੈ, ਸਾਰਿਆਂ ਤੇ ਰਹਿਮਤ ਕਰ ਰਹੇ ਹੈ। ਤੇ ਸਾਧ ਸੰਗਤ ਜੀ, ਦੇਵੀ ਦਾਸ ਜਦੋਂ ਵੇਖ ਰਿਹਾ, ਥੋੜੇ ਸਮੇਂ ਤੋਂ ਜਦੋਂ ਸੰਗਤ ਵੱਧ ਗਈ ਨਾ, ਇਕੱਠ ਹੋ ਗਿਆ, ਮਹਾਰਾਜ ਨੇ ਮੁਖਾਰਬਿੰਦ ਤੋਂ ਬਚਨ ਉਚਾਰੇ। ਫਿਰ ਆਪ ਬੋਲੇ ਹੈ ਮਹਾਰਾਜ, ਪ੍ਰਭ ਹੱਸ ਬੋਲੇ ਕੀਏ ਨਿਆਏ। ਪ੍ਰਭਾਤੀ ਰਾਗ ਵਿੱਚ ਮਹਾਰਾਜ ਕਹਿੰਦੇ ਹੈ, ਪ੍ਰਭੂ ਹੱਸ ਕੇ ਬੋਲੇ ਹੈ, ਬਚਨ ਉਚਾਰਿਆ ਮਹਾਰਾਜ ਨੇ। ਤੇ ਜਦੋਂ ਬਚਨ ਉਚਾਰਿਆ ਨਾ, ਸਤਿਗੁਰੂ ਜੀ ਨੇ ਬਾਣੀ ਦਾ ਉਪਦੇਸ਼ ਬਖਸ਼ਿਆ। ਜਦੋਂ ਬਾਣੀ ਦਾ ਉਪਦੇਸ਼ ਬਖਸ਼ਿਆ, ਸਾਨੂੰ ਵੀ ਬਖਸ਼ਦੇ ਹੈ। ਇਹ ਮੈਂ ਨਾਲ ਨਾਲ ਗੱਲ ਕਰਾਂ, ਕਿਤੇ ਨਹੀਂ ਵੀ ਗੁਰੂ ਗੋਬਿੰਦ ਸਿੰਘ ਨੇ ਹੀ ਬਖਸ਼ਿਆ। ਮਹਾਰਾਜ ਗੁਰਤਾ ਗੱਦੀ ਤੇ ਬੈਠੇ ਹੈ ਨਾ, ਗੁਰੂ ਗ੍ਰੰਥ ਸਾਹਿਬ ਆ ਤੁਹਾਨੂੰ ਉਪਦੇਸ਼ ਬਖਸ਼ ਰਹੇ ਹੈ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਮਹਾਰਾਜ ਨੇ ਜਦੋਂ ਮੁਖਾਰਬਿੰਦ ਤੋਂ ਬਚਨ ਉਚਾਰੇ, ਸੰਗਤਾਂ ਸ਼ਾਂਤ ਹੋ ਕੇ ਬਚਨ ਸੁਣਦੀਆਂ ਨੇ। ਦੇਵੀ ਦਾਸ ਬੈਠਾ, ਉਹ ਬਚਨ ਲਿਖ ਰਿਹਾ ਮਹਾਰਾਜ ਦੇ, ਮੁਖਬਰੀ ਕਰਨੀ ਸੀ। ਇਹ ਸਾਧ ਸੰਗਤ ਜੀ, ਜਦੋਂ ਮਹਾਰਾਜ ਦੇ ਬਚਨ ਸੱਚੇ ਪਾਤਸ਼ਾਹ ਦੇ ਸੁਣੇ ਨੇ, ਨਿਹਾਲ ਹੋ ਗਿਆ। ਨਿਹਾਲ, ਨਾਨਕ ਨਦਰੀ ਨਦਰ ਨਿਹਾਲ। ਦੋ ਤਰ੍ਹਾਂ ਨਾਲ ਨਿਹਾਲ ਹੋਈਦਾ। ਇੱਕ ਸਾਧ ਸੰਗਤ ਜੀ ਜਦੋਂ ਮਹਾਰਾਜ ਵੇਖ ਲੈਣ, ਤੇ ਇੱਕ ਜਦੋਂ ਮਹਾਰਾਜ ਬਚਨ ਕਰਨ ਮੁਖਾਰਬਿੰਦ ਤੋਂ, ਉਦੋਂ ਨਿਹਾਲ ਹੋਈਦਾ। ਤੇ ਸਾਧ ਸੰਗਤ ਜੀ, ਜਦੋਂ ਨਿਹਾਲ ਹੋਇਆ, ਧੰਨ ਧੰਨ ਕਹਿੰਦਾ ਕਲਗੀਧਰ ਨੂੰ। ਦੇਖੋ, ਵਜ਼ੀਰ ਭੀਮ ਚੰਦ ਦਾ ਸੀ, ਇਹ ਧਿਆਨ ਰੱਖੋ। ਵਜ਼ੀਰ ਭੀਮ ਚੰਦ ਦਾ ਸੀ, ਮੁਖਬਰੀ ਕਰਨ ਆਇਆ ਸੀ ਮਹਾਰਾਜ ਦੀ।
ਪਰ ਨਿਹਾਲ ਹੋ ਗਿਆ। ਕੀ ਕਹਿੰਦਾ? ਕਰਦਾ ਧਰਮ ਨਿਹਾਲ ਸਤਿਗੁਰ ਦੀ ਬਾਣੀ ਨੇ, ਕਰਦਾ ਧਰਮ ਨਿਹਾਲ ਗੁਰਾਂ ਦੀ ਬਾਣੀ ਨੇ। ਕਰਦਾ ਧਰਮ ਨਿਹਾਲ ਸਤਿਗੁਰ ਦੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਹ ਸੂਹੀ ਰਾਗ 'ਚ ਬਚਨ ਕਰਦੇ ਮਹਾਰਾਜ ਪੰਜਵੇਂ ਪਾਤਸ਼ਾਹ। ਹਉ ਸੰਮਲ ਥੱਕੀ ਜਿਉ ਕਦੇ ਨਾ ਬੋਲੇ ਕੌੜਾ।
ਤੇ ਬੇਵਕੂਫ ਲੋਕ ਕਹਿੰਦੇ ਨੌਵੇਂ ਪਾਤਸ਼ਾਹ ਦਾ ਹੁਕਮਨਾਮਾ ਕਰੜਾ ਆ ਗਿਆ। ਵਾਹ ਬਈ ਵਾਹ, ਕੌੜਾ ਆਖੇ ਹੁਕਮਨਾਮਾ ਆ ਗਿਆ ਨੌਵੇਂ ਪਾਤਸ਼ਾਹ ਦਾ। ਮੂਰਖ ਲੋਕ ਕਹਿੰਦੇ, ਸਮਝ ਹੀ ਨਹੀਂ ਹੈ ਵੀ ਗੁਰੂ ਤੇ ਮਿੱਠ ਬੋਲੜਾ ਹੈ, ਬਾਣੀ ਦਾ ਬਚਨ ਹੈ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਬਾਣੀ ਕਹਿੰਦੀ ਹੈ। ਬਾਣੀ ਤਾਂ ਕੋਰੇ ਹੈ ਸਾਡੇ ਜੀ, ਫਲਾਨਾ ਹੁਕਮਨਾਮਾ ਆ ਗਿਆ। ਕਿਉਂ? ਚਾਹੇ ਤੁਹਾਡੇ ਮੁੰਡੇ ਦਾ ਵਿਆਹ ਹੋਵੇ, ਤੁਹਾਡੀ ਧੀ ਲੜਕੀ ਦਾ ਵਿਆਹ ਹੋਵੇ, ਤੇ ਨੌਵੇਂ ਪਾਤਸ਼ਾਹ ਸ਼ਲੋਕ ਵੀ ਆਉਂਦੇ ਐ, ਤੇ ਭਗਤਾਂ ਦੀ ਬਰਾਗਮਈ ਬਾਣੀ ਵੀ ਆਉਂਦੀ ਹੈ ਨਾ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਰੇ ਬੌਰੇ ਤੋਂ ਇਹ ਘਰੀ ਨਾ ਰਾਖਿਆ ਕੋਈ। ਜਾਂ ਤੇ ਆਖੋ ਵੀ ਨਾ ਪੜੋ ਜੀ। ਪਰ ਸਾਧ ਸੰਗਤ ਜੀ, ਜੇ ਹੁਕਮਨਾਮਾ ਨੌਵੇਂ ਪਾਤਸ਼ਾਹ ਦਾ ਜੇ ਜੀ ਕਰੜਾ ਆ ਗਿਆ ਹੁਕਮਨਾਮਾ, ਕਿ ਤਾਂ ਮੌਤਾਂ ਹੁੰਦੀਆਂ ਨੇ, ਕਰੜਾ ਆ ਗਿਆ। ਵਾਹ ਬਈ ਵਾਹ। ਹੋਰ ਸਾਧ ਸੰਗਤ ਜੀ, ਧਰਮ ਰਾਜ ਹੈ ਨਾ ਜਿਹੜਾ ਹੁਕਮਨਾਮਾ ਲੈਂਦਾ ਵੀ ਉਹਨੇ ਦੇਖਣਾ ਕਿਹਨੂੰ ਮਾਰਨਾ ਕਿਹਨੂੰ ਨਹੀਂ ਮਾਰਨਾ। ਨਹੀਂ ਨਹੀਂ, ਜਿਹਦੇ ਸਵਾਸ ਹੈ ਮਹਾਰਾਜ ਲੈ ਗਿਆ। ਇਹ ਕੀ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਹੈ, ਵਚਨ ਹੈ। ਪਰ ਸਾਧ ਸੰਗਤ ਜੀ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਯਾਦ ਰੱਖੋ ਉਹ ਕਦੇ ਨਾ ਬੋਲੇ ਕੌੜਾ। ਬਾਣੀ ਕਹਿੰਦੀ ਹੈ, ਕੌੜਾ ਬੋਲ ਨਾ ਜਾਣੇ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਪੂਰਨ ਭਗਵਾਨ ਹੈ ਔਗਣ ਕੋ ਨਾ ਚਿਤਾਰੇ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਤਿਲ ਮਾਤਰ ਵੀ ਕਮਾਈ ਘਾਲ ਨਹੀਂ ਭੰਨਦਾ। ਆ ਤੁਸੀਂ ਬੈਠੇ ਹੋ ਨਾ, ਤੁਹਾਡਾ ਲੇਖੇ ਵਿੱਚ ਹੈ ਸਾਰਾ। ਤੋ ਸਾਧ ਸੰਗਤ ਜੀ, ਜਦੋਂ ਦੇਵੀ ਦਾਸ ਨੇ ਵੇਖਿਆ ਮਹਾਰਾਜ ਨੂੰ, ਚਲਿਆ ਗਿਆ ਭੀਮ ਚੰਦ ਰਾਜੇ ਕੋਲ। ਤੇ ਜਦੋਂ ਸਾਧ ਸੰਗਤ ਜੀ ਭੀਮ ਚੰਦ ਰਾਜੇ ਕੋਲ ਗਿਆ ਨਾ, ਦੇਵੀ ਦਾਸ ਕਹਿੰਦਾ ਵੀ ਆ ਗਿਆ ਸੱਚੇ ਪਾਤਸ਼ਾਹ ਦੀ ਖਬਰ ਲੈ ਕੇ, ਮੁਖਬਰੀ ਕਰਕੇ। ਦੱਸ ਕੀ ਹੈ ਮਹਾਰਾਜ ਕੋਲ। ਬੋਲਿਆ ਨਹੀਂ ਗਿਆ, ਦੇਵੀ ਦਾਸ ਬੋਲਿਆ ਨਹੀਂ ਗਿਆ, ਕਿਉਂਕਿ ਉਹ ਤਨ ਮਨ ਕਰਕੇ ਹੁਣ ਗੁਰੂ ਦਾ ਹੋ ਚੁੱਕਾ ਸੀ। ਜਿਹੜੀ ਸ਼ਾਂਤੀ ਮਹਾਰਾਜ ਕੋਲ ਆਈ, ਸਾਧ ਸੰਗਤ ਜੀ, ਉਹ ਸਤਿਗੁਰੂ ਦਾ ਬਣ ਗਿਆ। ਇਤਿਹਾਸ ਗਵਾਹ ਹੈ ਕਿ ਸੈਦ ਖਾਂ ਵਰਗਿਆਂ ਜਰਨੈਲਾਂ ਨੇ ਐਵੇਂ ਨਹੀਂ ਹਥਿਆਰ ਛੱਡੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ, ਬਚਨ ਸੁਣ ਕੇ, ਉਹ ਨੇ ਕਲਗੀਧਰ ਪਾਤਸ਼ਾਹ। ਸਾਧ ਸੰਗਤ ਜੀ, ਭੀਮ ਚੰਦ ਰਾਜਾ ਕਹਿੰਦਾ ਦੇਵੀ ਦਾਸ ਦੱਸ ਕਲਗੀਧਰ ਮਹਾਰਾਜ ਕੋਲ ਕੀ ਨੇ, ਕੀ ਸਿਪਾਹੀ ਨੇ, ਕੀ ਕਰਦੇ ਆ, ਦੱਸ ਮੈਨੂੰ। ਸਾਧ ਸੰਗਤ ਜੀ, ਭੀਮ ਚੰਦ ਨੂੰ ਦੇਵੀ ਦਾਸ ਕਹਿੰਦਾ ਕਿ ਹੇ ਰਾਜਨ, ਕਲਗੀਧਰ ਵਰਗਾ ਕੋਈ ਗੁਰੂ ਨਹੀਂ ਹੋਣਾ। ਉਹ ਰਾਜਾ ਵੀ ਹੈ, ਜੋਗੀ ਵੀ ਹੈ। ਜੋਗੀ ਕਿਹਨੂੰ ਕਹਿੰਦੇ ਆ? ਜਿਹੜਾ ਅਕਾਲ ਪੁਰਖ ਨਾਲ ਜੁੜਿਆ ਹੋਵੇ। ਲਿਬਾਸ ਪਾ ਲੈਣਾ ਜੋਗੀ ਨਹੀਂ ਹੁੰਦਾ। ਸਾਧ ਸੰਗਤ ਜੀ, ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਨਾ, ਜੋਗ ਜੁਗਤ ਸੁਨ ਆਇਓ ਗੁਰ ਤੇ, ਜੋਗੀ ਉਹ ਹੈ। ਐਸਾ ਜੋਗੀ ਵਡਭਾਗੀ ਭੇਟੇ, ਮਾਇਆ ਕੇ ਬੰਧਨ ਕਾਟੇ। ਉਹ ਜੋਗੀ ਹੈ ਮਹਾਰਾਜ ਕਹਿੰਦੇ। ਧੰਨ ਗੁਰੂ ਅਰਜਨ ਸਾਹਿਬ ਨੂੰ ਆਖਿਆ, ਮਹਾਰਾਜ ਜੋਗੀ ਕੌਣ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਜੋਗੀ ਉਹ ਹੈ ਜਿਹਦੇ ਬਚਨ ਸੁਣਿਆ ਕਰਕੇ ਜੰਮਣ ਮਰਨ ਕੱਟਿਆ ਜਾਏ, ਬੰਧਨ ਕੱਟੇ ਜਾਣ, ਉਹ ਜੋਗੀ ਹੈ। ਦੇਵੀ ਦਾਸ ਕਹਿੰਦਾ ਹੇ ਰਾਜਨ, ਉਹ ਭੀਮ ਚੰਦ ਰਾਜੇ, ਕਲਗੀਧਰ ਪਾਤਸ਼ਾਹ ਵਰਗਾ ਰਾਜਾ ਜੋਗੀ ਨਹੀਂ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਵੱਡਾ ਪ੍ਰਤਾਪ ਹੈ, ਸ਼ਾਹੀ ਠਾਠ ਬਾੜ ਨਾਲ ਰਹਿੰਦੇ ਹੈ। ਤੇ ਜਦੋਂ ਬਚਨ ਉਚਾਰਦੇ ਆ ਮੁਖ ਨਾਲ, ਮੁਖਾਰਬਿੰਦ ਤੋਂ ਬਚਨ ਬੋਲਦੇ ਐ, ਉਹਨਾਂ ਬਚਨਾਂ ਨੂੰ ਸੁਣ ਕੇ ਸ਼ਾਂਤੀ ਆਉਂਦੀ ਹੈ। ਸ਼ਾਂਤੀ। ਹੇ ਰਾਜਨ, ਅੱਜ ਤੋਂ ਬਾਅਦ ਤੇਰੀ ਨੌਕਰੀ ਛੱਡੀ ਮੈਂ ਹੁਣ ਮਹਾਰਾਜ ਦਾ ਹੋ ਗਿਆ। ਸਾਧ ਸੰਗਤ ਜਦੋਂ ਇਉਂ ਆਖਿਆ ਨਾ ਰਾਜੇ ਦੇਵੀ ਦਾਸ ਨੇ, ਤੇ ਭੀਮ ਚੰਦ ਰਾਜਾ ਕਹਿੰਦਾ ਅੱਛਾ ਤੂੰ ਕਲਗੀਧਰ ਦੇ ਦਰਸ਼ਨ ਕੀਤੇ ਐ, ਜਲਾਦਾਂ ਨੂੰ ਹੁਕਮ ਕੀਤੇ ਦੀਆਂ ਅੱਖਾਂ ਬਾਹਰ ਕੱਢ ਦਿਓ। ਇਤਿਹਾਸ ਗਵਾਹ ਹੈ, ਇਤਿਹਾਸ ਬਚਨ ਕਰਦਾ ਹੈ ਕਿ ਸਾਧ ਸੰਗਤ ਜੀ, ਜਦੋਂ ਭੀਮ ਚੰਦ ਰਾਜੇ ਨੇ ਇਉਂ ਸਾਧ ਸੰਗਤ ਜੀ ਜਲਾਦਾਂ ਨੂੰ ਆਖਿਆ ਨਾ ਕਿ ਦੇਵੀ ਦਾਸ ਦੀਆਂ ਅੱਖਾਂ ਬਾਹਰ ਕੱਢ ਦਿਓ, ਇਹਨੇ ਦਰਸ਼ਨ ਕੀਤੇ ਹੈ। ਹੁਣ ਧਿਆਨ ਦਿਓ, ਇਹ ਤੇ ਕਲਗੀਧਰ ਮਹਾਰਾਜ ਦੀ ਗੱਲ ਹੈ। 1984 ਵੇਲੇ ਭਾਈ ਸੁਖਦੇਵ ਸਿੰਘ ਜੀ, ਸਾਧ ਸੰਗਤ ਜੀ,
ਜਦੋਂ ਇੰਟੈਰੋਗੇਟ ਕੀਤੀ ਪੁਲਿਸ ਨੇ, ਕਿਉਂਕਿ ਸਾਧ ਸੰਗਤ ਜੀ 1991-92 ਦੇ ਵਿੱਚ ਪੂਰਾ ਜ਼ੋਰਾਂ ਦੇ ਵਿੱਚ ਸੀ ਸਾਧ ਸੰਗਤ ਜੀ, ਉਦੋਂ ਸਿੰਘਾਂ ਦਾ ਸਮਾਂ ਸੀ। ਤੇ ਕਿਉਂਕਿ ਧਰਮ ਵਾਸਤੇ ਜੂਝਣ ਲਈ ਤੁਰੇ ਸੀ। ਬਾਅਦ ਵਿੱਚ ਤੇ ਸਾਧ ਸੰਗਤ ਜੀ ਸਰਕਾਰਾਂ ਨੇ ਕੀ ਕੀਤਾ ਕਿ ਉਹਨੂੰ ਗਲਤ ਰੂਪ ਦੇ ਦਿੱਤਾ, ਖੁਫੀਆ ਏਜੰਸੀ ਦੁਆਰਾ। ਅੱਛਾ, ਜਿਹੜਾ ਦਰਖਤ ਨਾ ਵੱਢਿਆ ਜਾਂਦਾ ਹੋਵੇ ਨਾ, ਪਤਾ ਕੀ ਕਰੀਦਾ ਤੇਲ ਪਾ ਦੋ ਉਹਦੀਆਂ ਜੜ੍ਹਾਂ 'ਚ, ਨਾ ਉਹਨੂੰ ਕੱਟਣ ਦੀ ਲੋੜ, ਬੰਦੇ ਲਾਵੋਗੇ, ਕੱਟੋਗੇ, ਖਰਚਾ ਪਾਣੀ ਦੇਣਾ ਪਊਗਾ ਤੁਹਾਨੂੰ, ਸੌਖਾ ਜਾ ਕੰਮ ਹੈ, ਤੇਲ ਪਾ ਦੋ, ਬਣਿਆ ਬਣਾਇਆ ਡਿੱਗੂਗਾ। ਸਾਧ ਸੰਗਤ ਜੀ ਇੱਦਾਂ ਕਰੀਦਾ ਨਾ। ਜਿਹੜੇ ਦਰਖਤ ਨੂੰ ਛਿੱਟਣਾ ਹੋਵੇ ਤੇ ਜਿਹੜੇ ਧਰਮ ਨੂੰ, ਕੌਮ ਨੂੰ ਕਮਜ਼ੋਰ ਕਰਨਾ ਹੋਵੇ, ਉਹਦੀਆਂ ਜੜ੍ਹਾਂ 'ਚ ਤੇਲ ਪਾਇਆ ਜਾਂਦਾ, ਜੜ੍ਹਾਂ 'ਚ ਤੇਲ, ਸਿੱਧੇ ਰੂਪ ਵਿੱਚ ਨਹੀਂ, ਜੜ੍ਹਾਂ 'ਚ ਤੇਲ। ਸਾਧ ਸੰਗਤ ਜੀ ਭਾਈ ਸੁਖਦੇਵ ਸਿੰਘ ਨੇ ਆਖਿਆ ਪੁਲਿਸ ਵਾਲਿਆਂ ਨੂੰ, ਕੁੱਟ ਪੈ ਰਹੀ ਸੀ, ਮਾਰ ਪੈ ਰਹੀ ਸੀ। ਯਾਦ ਰੱਖਿਓ ਗੁਰਬਾਣੀ ਪਤਾ ਕੀ ਕਹਿੰਦੀ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾਣੀਆਂ ਤੋਂ ਮਥੇ ਧਰਮ ਰਾਏ। ਤੇ ਭਾਈ ਸੁਖਦੇਵ ਸਿੰਘ ਹੁਣੀ ਸ਼ਾਮ ਦਾ ਵੇਲਾ ਸੀ, ਕਹਿੰਦੇ ਜੀ ਕੀ ਟਾਈਮ ਹੋਇਆ? ਤੇ ਸਾਧ ਸੰਗਤ ਜੀ ਕਹਿੰਦੇ ਜੀ ਸ਼ਾਮ ਦਾ ਵੇਲਾ ਹੋ ਗਿਆ, ਸ਼ਾਮ ਦਾ ਵੇਲਾ। ਅੱਛਾ, ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ। ਭਾਈ ਸਾਹਿਬ ਦੇ ਬਚਨ ਸੀ ਇਹ। ਸਾਧ ਸੰਗਤ ਜੀ ਕੁੱਟ ਪੈ ਰਹੀ ਹੈ, ਸਰੀਰ ਵਿੱਚੋਂ ਖੂਨ ਨਿਕਲ ਰਿਹਾ, ਫਿਰ ਵੀ ਕਹਿੰਦੇ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ। ਹਰ ਜੁਗ ਜੁਗ ਭਗਤੋ ਪਾਇਆ। ਮੇਰੇ ਬਾਪੂ ਦਾ ਬਚਨ ਹੈ ਕਿ ਸ਼ਾਮਾਂ ਵੇਲੇ ਰਹਿਰਾਸ ਸਾਹਿਬ ਦਾ ਜਾਪ ਕਰਨਾ ਕਰ ਨਹੀਂ ਸਕਦੇ, ਸੁਣ ਲਓ ਮਹਾਰਾਜ ਦਾ ਜਾਪ, ਸੱਚਖੰਡ ਦਾ ਵਾਸੀ ਬਣੂਗਾ, ਮਹਾਰਾਜ ਦਾ ਬਚਨ ਹੈ। ਸਾਧ ਸੰਗਤ ਜੀ ਕੀ ਕੀਤਾ ਕਿ ਉਸ ਵੇਲੇ ਦਾ ਜੁਰਮਾਨਾ ਕਹਿੰਦਾ ਇਹਦੀ ਜ਼ੁਬਾਨ ਵੱਢ ਦਿਓ, ਤੇ ਭਾਈ ਸਾਹਿਬ ਦੀ ਜ਼ੁਬਾਨ ਵੱਢ ਦਿੱਤੀ ਸੀ। ਸਾਧ ਸੰਗਤ ਜੀ ਦੇਖੋ ਉਹ ਕੁਝ ਹੋਇਆ ਸਿੱਖ ਪੰਥ ਨਾਲ। ਇਸੇ ਤਰ੍ਹਾਂ ਭੀਮ ਚੰਦ ਨੇ ਦੇਵੀ ਦਾਸ ਨੂੰ ਆਖਿਆ ਤੂੰ ਦਰਸ਼ਨ ਕੀਤੇ ਆ ਮਹਾਰਾਜ ਦੇ, ਇਹ ਜਲਾ ਦਿਓ, ਇਹਦੀਆਂ ਅੱਖਾਂ ਬਾਹਰ ਕੱਢ ਦਿਓ। ਸਾਧ ਸੰਗਤ ਜੀ ਉਸ ਵੇਲੇ ਨੇ ਕੀ ਕੀਤਾ, ਉਹ ਰਾਜਾ ਸੀ ਸਾਧ ਸੰਗਤ ਜੀ। ਹੁਣ ਅੱਜ ਦਾ ਰਾਜਾ ਹੋਵੇ, ਕੋਈ ਆਖੇ ਵੀ ਆਹ ਕੰਮ ਕਰੋ, ਲੈ ਕਿਸੇ ਦੀ ਸਾਧ ਸੰਗਤ ਜੀ ਜ਼ਰੂਰਤ ਨਹੀਂ ਹੋਵੇਗੀ ਉਹ ਕੰਮ ਨੂੰ ਕੋਈ ਰੋਕ ਸਕੇਗਾ। ਸਮੇਂ ਦਾ ਮਾਲਕ ਹੈ ਉਹ, ਸਮੇਂ ਦਾ ਮਾਲਕ। ਪਰ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਪਾਪੀ ਨੂੰ ਬਹੁਤ ਪਿਆਰਾ ਲੱਗਦਾ। ਪਰ ਸਾਧ ਸੰਗਤ ਜੀ 12 ਮਾਹਾਂ ਦੇ ਵਿੱਚ ਆਉਂਦਾ ਆ ਬਚਨ ਪੰਜਵੇਂ ਪਾਤਸ਼ਾਹ ਦਾ। ਤੁਸੀਂ ਸੁਣੀਆ ਨਾ 12 ਮਾਹਾਂ ਜੋ ਮਹਾਰਾਜ ਕਹਿੰਦੇ ਜੈਸਾ ਬੀਜੈ ਸੋਲਣੈ ਕਰਮ ਇਹੋ ਖੇਤ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਬੀਜੋਗੇ ਤੁਹਾਨੂੰ ਪ੍ਰਾਪਤ ਹੋ ਜਾਊਗਾ। ਕਿਸੇ ਕਰਕੇ ਤੰਗ ਨਾ ਕਰ, ਨਰ ਅਚੇਤ ਪਾਪ ਤੇ ਡਰ ਰੇ। ਪਾਪਾਂ ਤੋਂ ਡਰ ਮਹਾਰਾਜ ਕਹਿੰਦੇ। ਕਿੱਥੇ ਡਰਦਾ ਆਪਣਾ, ਕਹਿੰਦੇ ਦੇਖੀ ਜਾਓ। ਤੇ ਜਦੋਂ ਫਿਰ ਫਲ ਮਿਲਦਾ ਉਦੋਂ ਫਿਰ ਸਾਧ ਸੰਗਤ ਜੀ ਕੁੱਲਾਂ ਦੀਆਂ ਕੁੱਲਾਂ ਡੁੱਬਦੀਆਂ ਨੇ, ਫਿਰ ਕੁੱਲਾਂ ਦੀਆਂ ਕੁੱਲਾਂ ਡੁੱਬਦੀਆਂ ਨੇ। ਇੰਦਰਾ ਗਾਂਧੀ ਵਰਗਿਆਂ ਨੇ ਸਾਧ ਸੰਗਤ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਢਾਇਆ, ਪਾਪ ਕੀਤਾ ਨਾ, ਉਹ ਵੇਖ ਲਓ ਨਾਮੋ ਨਿਸ਼ਾਨ ਹੀ ਮਿਟ ਗਿਆ। ਇਸੇ ਕਰਕੇ ਪਾਪ ਨਹੀਂ ਕਰਨਾ ਚਾਹੀਦਾ। ਤੋ ਦੇਵੀ ਦਾਸ ਨੂੰ ਭੀਮ ਚੰਦ ਨੇ ਆਖਿਆ ਤੂੰ ਕਲਗੀਧਰ ਦੇ ਦਰਸ਼ਨ ਕੀਤੇ ਐ, ਅੱਖਾਂ ਬਾਹਰ ਕੱਢੋ ਇਹਦੀਆਂ। ਗਰਮ ਸਲਾਈਆਂ ਕੀਤੀਆਂ ਜਾਂ ਜਦੋਂ ਜਲਾਦਾਂ ਨੇ। ਸਾਧ ਸੰਗਤ ਜੀ ਇਹਨੇ ਮਹਾਰਾਜ ਨੂੰ ਅਰਦਾਸ ਕੀਤੀ, ਸੱਚੇ ਬਾਦਸ਼ਾਹ ਮੈਂ ਜੇ ਕੋਈ ਗੁਨਾਹ ਨਹੀਂ ਕੀਤਾ, ਮੈਂ ਤੇਰੀ ਦਰਸ਼ਨ ਕੀਤੇ ਐ, ਲਾਜ ਰੱਖ ਲਿਓ ਮਹਾਰਾਜ, ਲਾਜ ਰੱਖਿਓ। ਜਿਵੇਂ ਆਪ ਜੀ ਨੇ ਮਹਾਰਾਜ ਜੀ ਲਾਜ ਰੱਖੀ ਸੀ ਦ੍ਰੋਪਦੀ ਦੀ। ਹੇ ਕਲਗੀਧਰ ਸੁਆਮੀ ਜੀ, ਆਪ ਜੀ ਨੇ ਉਸ ਯੁੱਗ ਵਿੱਚ ਕ੍ਰਿਸ਼ਨ ਰੂਪ ਹੋ ਕੇ ਲਾਜ ਰੱਖੀ ਮਹਾਰਾਜ। ਵਸਤਰ ਲਾਉਂਦੇ ਸੀ ਦੁਸ਼ਾਸਨ ਦੀ ਸਭਾ ਦ੍ਰੋਪਦੀ, ਮਹਾਰਾਜ ਵੀ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਆ। ਦੁਰਯੋਧਨ ਕਹਿੰਦੇ ਜੀ ਸਾੜੀ ਲਾ ਦਿਓ, ਵਸਤਰ ਨੂੰ ਨੰਗਿਆਂ ਕਰੋ ਦ੍ਰੋਪਦੀ ਨੂੰ। ਉਦੋਂ ਉਹਨੇ ਯਾਦ ਕੀਤਾ ਭਗਵਾਨ ਨੂੰ, ਮਹਾਰਾਜ ਕਿਰਪਾ ਕਰੋ ਆਪ ਜੀ, ਲਾਜ ਪੱਤ ਰੱਖੋ। ਹੇ ਕਲਗੀਧਰ ਸੁਆਮੀ ਜੀ, ਆਪ ਹੁਣ ਕਲਯੁਗ ਦੇ ਅਵਤਾਰ ਹੋ, ਆਪ ਸਾਖਸ਼ਾਤ ਪਰਮੇਸ਼ਰ ਸਰੂਪ ਹੋ। ਮਹਾਰਾਜ ਚਾਰਾਂ ਕੁੰਟਾਂ ਵਿੱਚ ਤੁਹਾਡਾ ਹੁਕਮ ਵੱਜਦਾ। ਅਰਦਾਸ ਕਰ ਰਿਹਾ ਦੇਖੋ,
ਤੇ ਇਹ ਵੀ ਗੱਲ ਮੈਂ ਕਹਿਣਾ ਹੁੰਨਾ, ਗਿਆਨ ਤੋਂ ਬਿਨਾਂ ਅਰਦਾਸ ਵੀ ਨਹੀਂ ਹੁੰਦੀ, ਗਿਆਨ ਤੋਂ ਬਿਨਾਂ ਅਰਦਾਸ ਵੀ ਨਹੀਂ ਹੁੰਦੀ। ਤੇ ਦੇਵੀ ਦਾਸ ਦੀ ਅਰਦਾਸ ਪਤਾ ਕੀ ਕਹਿੰਦਾ, ਮਹਾਰਾਜ ਕਿਰਪਾ ਕਰੋ ਮੇਰੇ ਤੇ। ਹੇ ਸਤਿਗੁਰੂ ਜੀ, ਆਪ ਜੀ ਨੇ ਜਿਵੇਂ ਦ੍ਰੋਪਦੀ ਦੀ ਲਾਜ ਨੂੰ, ਇੱਜ਼ਤ ਨੂੰ ਰੱਖਿਆ, ਉਹਨੂੰ ਨੰਗਿਆ ਹੋਣ ਤੋਂ ਬਚਾਇਆ, ਮਹਾਰਾਜ ਸੁਦਾਮੇ ਦੀ ਲਾਜ ਰੱਖੀ। ਕਿਰਪਾ ਕਰੋ ਮੈਨੂੰ ਵੀ ਗਰੀਬ ਜਾਣ ਕੇ, ਮੈਂ ਤਾਂ ਤੇਰੇ ਦਰਸ਼ਨ ਹੀ ਕੀਤੇ ਆ ਮਹਾਰਾਜ। ਵਜ਼ੀਰੀ ਭਾਵੇਂ ਮੈਂ ਭੀਮ ਚੰਦ ਦੀ ਕਰਦਾ ਸੀ, ਪਰ ਸਿੱਖ ਹੈ ਅੱਜ ਤੋਂ ਬਾਅਦ ਤੁਹਾਡਾ, ਕਿਰਪਾ ਕਰਿਓ। ਉਸ ਵੇਲੇ ਅਰਦਾਸਾਂ ਕਰਦਾ, ਉਧਰ ਜਲਾਦ ਸਾਧ ਸੰਗਤ ਜੀ ਗਰਮ ਸਲਾਈਆਂ ਕਰ ਰਹੇ ਅੱਖਾਂ ਵਿੱਚ ਫੇਰਨ ਵਾਸਤੇ, ਪਰ ਵੇਖੋ ਭਰੋਸਾ ਸੀ। ਤੇ ਜਿਵੇਂ ਕਬੀਰ ਜੀ ਦਾ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਮਹਾਰਾਜ ਕਹਿੰਦੇ ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਤੇਰਾ ਖਸਮ ਤੇ ਭਰੋਸਾ ਹੋਏਗਾ ਤੈਨੂੰ ਰੱਖ ਲਊਗਾ, ਪਰ ਸਾਡਾ ਭਰੋਸਾ ਤੇ ਨਹੀਂ, ਸਾਡਾ ਭਰੋਸਾ ਉੱਡ ਗਿਆ ਮਹਾਰਾਜ ਤੋਂ, ਵਿਸ਼ਵਾਸ ਉੱਡ ਗਿਆ। ਇੱਥੇ ਕਿਸੇ ਦੀ ਅਰਦਾਸ ਪੂਰੀ ਨਾ ਹੋਵੇ, ਲੈ ਗੁਰੂ ਨੇ ਤੇ ਅਰਦਾਸ ਹੀ ਨਹੀਂ ਸੁਣੀ। ਪਰ ਸਾਧ ਸੰਗਤ ਜੀ ਭਰੋਸਾ ਹੀ ਨਹੀਂ ਹੈ ਮਹਾਰਾਜ ਤੇ। ਪਰ ਜਿਨ੍ਹਾਂ ਜਿਨ੍ਹਾਂ ਨੇ ਭਰੋਸਾ ਰੱਖਿਆ ਉਹ ਤਰ ਗਏ ਨੇ, ਉਹ ਬਾਹਰ ਹੋ ਗਏ ਨੇ। ਸਾਧ ਸੰਗਤ ਜੀ ਭੀਮ ਚੰਦ ਇਹ ਬਚਨ ਇਹਨੇ ਹੁਕਮ ਕੀਤਾ ਜਲਾਦਾਂ ਨੂੰ, ਪਰ ਅਰਦਾਸ ਕਰਦਾ ਮਹਾਰਾਜ ਕਿਰਪਾ ਕਰੋ ਮਹਾਰਾਜ, ਮੈਨੂੰ ਬਚਾ ਲਓ, ਮੇਰੀ ਰੱਖਿਆ ਕਰੋ, ਕਿਉਂਕਿ ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਂ ਤੇ ਦਰਸ਼ਨ ਹੀ ਕੀਤੇ ਆ ਤੁਹਾਡੇ, ਤੇ ਮੈਂ ਦਰਸ਼ਨ ਕਰਦਾ ਰਹਾ ਤੁਹਾਡੇ, ਇਹ ਮੇਰੀ ਇੱਛਾ ਹੈ। ਮੈਨੂੰ ਮਹਾਰਾਜ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਤੇ ਅਸੀਂ ਨਾ ਮਹਾਰਾਜ ਨਿਤਨੇਮ ਨਹੀਂ ਚਾਹੀਦਾ, ਬਾਣੀ ਨਹੀਂ ਚਾਹੀਦੀ ਸਾਨੂੰ ਚੜ੍ਹਦੀ ਕਲਾ ਚਾਹੀਦੀ ਹੈ। ਉਹ ਚੜ੍ਹਦੀ ਕਲਾ ਹੂ ਕਾਹਦੇ ਨਾਲ, ਨਾਨਕ ਨਾਮ ਚੜ੍ਹਦੀ ਕਲਾ, ਨਾਮ ਜਪੋ ਆਪੇ ਚੜ੍ਹਦੀ ਕਲਾ ਆ। ਮਹਾਰਾਜ ਮਾਇਆ ਚਾਹੀਦੀ ਹੈ ਮੈਨੂੰ, ਤੇ ਰਾਜ ਭਾਗ ਚਾਹੀਦਾ। ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਭਗਤ ਕੀ ਮੰਗਦੇ ਹੈ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਹੇ ਕਲਗੀਧਰ ਸਵਾਮੀ ਜੀ, ਬਾਜਾਂ ਵਾਲਿਆ ਦੁਹਾਈ ਤੇਰੇ ਨਾਮ ਦੀ, ਐਸ ਵੇਲੇ ਤੇਰਾ ਆਸਰਾ, ਕਲਗੀ ਵਾਲਿਆ ਦੁਹਾਈ ਤੇਰੇ, ਐਸ ਵੇਲੇ ਤੇਰਾ ਆਸਰਾ,
ਕਹਿੰਦਾ ਮਹਾਰਾਜ ਤੁਹਾਡਾ ਹੀ ਆਸਰਾ ਹੈ, ਕਿਰਪਾ ਰੱਖਿਓ ਆਪ ਜੀ। ਜੇ ਸਾਧ ਸੰਗਤ ਜੀ ਤੋਂ ਚਰਨਾਂ ਦਾ ਧਿਆਨ ਧਰਿਆ, ਦੇਖੋ ਧਿਆਨ ਸਾਧ ਸੰਗਤ ਜੀ ਮੱਖਣ ਸ਼ਾਹ ਲੁਬਾਣੇ ਨੇ ਵੀ ਧਰਿਆ 9ਵੇਂ ਪਾਤਸ਼ਾਹ ਦਾ। ਮਹਾਰਾਜ ਮੇਰਾ ਬੇੜਾ ਡੁੱਬਦਾ, ਤੁਸੀਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਮਹਾਰਾਜ, ਤੁਹਾਡਾ ਬਿਰਧ ਹੈ ਰੱਖਿਆ ਕਰਨੀ, ਰੱਖਿਆ ਕਰੋ ਮੇਰੀ। ਤੇ ਤੁਹਾਨੂੰ ਪਤਾ ਹੈ ਕਿ 9ਵੇਂ ਪਾਤਸ਼ਾਹ ਮਹਾਰਾਜ ਨੇ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਬੰਨੇ ਲਾਇਆ, ਬੇੜਾ ਬੰਨੇ। ਤੇ ਸਿੱਖੋ ਤੁਹਾਡੇ ਬੇੜੇ ਮਹਾਰਾਜ ਨੇ ਬੰਨੇ ਲਾਉਣੇ, ਕਿਸੇ ਪੀਰ ਬਾਬੇ ਮੜੀ ਮਸਾਣੇ ਨੇ ਬੰਨੇ ਨਹੀਂ ਲਾਉਣੇ ਤੁਹਾਡੇ ਬੇੜੇ। ਸਾਡਾ ਜੀ ਕੰਮ ਪੂਰਾ ਨਹੀਂ ਹੁੰਦਾ, ਸਾਡਾ ਢਿਮਕਾ ਪੂਰਾ ਨਹੀਂ ਹੁੰਦਾ, ਇਹ 9ਵੇਂ ਪਾਤਸ਼ਾਹ ਨੇ ਬੇੜੇ ਬੰਨੇ। ਮਾਇਆ ਨਹੀਂ ਆਉਂਦੀ। ਤੇ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ, ਭੱਜ ਕੇ ਮਾਇਆ ਹੋਊ ਤੁਹਾਡੇ ਕੋਲ। ਜਿਹਨੂੰ ਤੁਸੀਂ ਕਹਿੰਦੇ ਨਾ ਕਰੜਾ ਹੁਕਮਨਾਮਾ, ਇਹ ਉਹੀ ਮਹਾਰਾਜ ਹੈ। ਤੇ ਸਾਧ ਸੰਗਤ ਜੀ ਜਦੋਂ ਦੇਵੀ ਦਾਸ ਨੇ ਉਹ ਮਹਾਰਾਜ ਨੂੰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਹੁਣ ਮਹਾਰਾਜ ਦਾ ਬਿਰਧ ਹੈ। ਸਾਧ ਸੰਗਤ ਜੀ ਫਰਜ਼ ਹੈ ਅਕਾਲ ਪੁਰਖ ਦਾ, ਸੱਚੇ ਪਾਤ ਜੇ ਕੋਈ ਅਰਦਾਸ ਕਰੇ ਦੀਨ ਮਨ ਨਾਲ ਕਿ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਸਵਈਏ ਨੇ ਗੁਰੂ ਗ੍ਰੰਥ ਸਾਹਿਬ ਚ ਆਉਂਦੇ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਵਸਤਰ ਦੀਨ ਬਹੁ ਸਾਜ। ਕਿਰਪਾ ਕਰੋ ਮਹਾਰਾਜ ਮੇਰੇ ਤੇ ਸਾਧ ਸੰਗਤ ਜੀ ਉਸ ਵੇਲੇ ਜਲਾਦਾਂ ਨੇ ਜਦੋਂ ਗਰਮ ਸਲਾਈਆਂ ਕੀਤੀਆਂ ਨਾ, ਅੱਖਾਂ ਵਿੱਚ ਫੇਰੀਆਂ ਨੇ। ਦੇਖੋ ਸਾਧ ਸੰਗਤ ਜੀ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਿਆ, ਅਰਦਾਸਾਂ ਹੀ ਕਰੀ ਜਾਂਦਾ, ਮਹਾਰਾਜ ਤੇਰੇ ਨਾਮ ਦੀ ਦੁਹਾਈ ਹੈ। ਹੁਣ ਕੋਈ ਨਹੀਂ ਸਾਧ ਸੰਗਤ ਜੀ ਇਹ ਕਹਿਣ ਲੱਗਾ ਮਹਾਰਾਜ ਕੋਈ ਨਹੀਂ ਹੁਣ ਮੇਰਾ ਰੱਖਿਆ ਕਰ ਸਕ, ਤੁਸੀਂ ਹੋਈ ਹੋ। ਜਲਾਦਾਂ ਨੇ ਜਦੋਂ ਅੱਖਾਂ ਵਿੱਚ ਫੇਰੀਆਂ, ਸਾਧ ਸੰਗਤ ਜੀ ਅੱਖਾਂ ਵਿੱਚ ਫੇਰ ਕੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਕਹੀ ਜਾਂਦਾ ਹੈ। ਦੇਵੀ ਦਾਸ ਭੀਮ ਚੰਦ ਦਾ ਮੁਖਬਰ ਸੂਈਆ। ਤੇ ਸਾਧ ਸੰਗਤ ਜੀ ਇਹ ਜਲਾਦਾਂ ਨੇ ਅੱਖਾਂ ਵਿੱਚ ਫੇਰ ਦਿੱਤੀ ਹੈ, ਸਲਾਈਆਂ ਫੇਰ ਦਿੱਤੀਆਂ ਗਰਮ। ਤੇ ਸਾਧ ਸੰਗਤ ਜੀ ਜਦੋਂ ਜਲਾਦ ਵਾਪਸ ਆਏ ਨਾ, ਧੱਕਾ ਦੇ ਕੇ ਇਹਨੂੰ ਛੱਡ ਦਿੱਤਾ ਦੇਵੀ ਦਾਸ ਨੂੰ ਵੀ ਪਿਆ ਰਹੇਗਾ ਇੱਥੇ। ਉਸ ਵੇਲੇ ਸਾਧ ਸੰਗਤ ਜੀ ਥੋੜੇ ਚਿਰ ਬਾਅਦੋਂ ਦੇਵੀ ਦਾਸ ਉੱਠਿਆ, ਅੱਖਾਂ ਜਦੋਂ ਖੋਲੀਆਂ, ਅੱਖਾਂ ਆਈਆਂ ਇਹਦੇ। ਸਾਧ ਸੰਗਤ ਜੀ ਜਦੋਂ ਦੁਬਾਰਾ ਨੇਤਰਾਂ ਦੀ ਜੋਤ ਵੇਖੀ ਨਾ, ਹੁਣ ਧਿਆਨ ਦਿਓ, ਨੇਤਰਾਂ ਦੀ ਜੋਤ, ਸਰੀਰ ਦੀ ਤਾਕਤ ਕਿਸੇ ਡਾਕਟਰ ਦੇ ਹੱਥ ਨਹੀਂ ਹੈ, ਇਹ ਕੇਵਲ ਗੁਰੂ ਕੋਲ ਤਾਕਤ ਹੈ। ਕਿਉਂਕਿ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਇਹ ਗੁਰੂ ਜੀ ਤਾਕਤ ਹੈ। ਮਿਰਤਕ ਕਉ ਜੀ ਵਾਲਣ ਹਾ, ਮਰਿਆਂ ਨੂੰ ਜਿਉਂਦਾ ਕਰ ਦੂ ਗੁਰੂ। ਕਿਉਂ? ਜੰਮਣ ਮਰਨ ਵਾਲਾ ਉਹੀ ਹੈ, ਉਹਦੇ ਹੱਥ ਤਾਕਤ ਹੈ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਬਾਣੀ ਕਹਿੰਦੀ ਹੈ ਮਹਾਰਾਜ ਦੀ 5ਵੇਂ ਪਾਤਸ਼ਾਹ ਸੁਖਮਣੀ ਸਾਹਿਬ, ਇਹ ਗੁਰੂ ਦੇ ਹੱਥ 'ਚ ਹੈ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਲਾਇਆ। ਪਾਠੀ ਸਿੰਘਾਂ ਨੇ ਬਾਣੀ ਪੜ੍ਹੀ ਹੈ ਸਾਧ ਸੰਗਤ ਜੀ, ਤੇ ਸੋਰਠ ਰਾਗ ਵਿੱਚ ਮਹਾਰਾਜ ਦੀ ਬਾਣੀ 5ਵੇਂ ਪਾਤਸ਼ਾਹ ਦੀ ਆਈ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ, ਜੇ ਗੁਰੂ ਤੇ ਵਿਸ਼ਵਾਸ ਹੋਵੇ ਤਾਂ, ਤੇ ਜੇ ਗੁਰੂ ਨੂੰ ਜਾਣਿਆ ਤੇ ਐਵੇਂ ਹੀ ਹੈ, ਤੇ ਫੇਰ ਨਹੀਂ ਸਾਧ ਸੰਗਤ ਜੀ। ਪਰ ਉਹ ਵੀ ਕਹਿੰਦਾ ਤੂੰ ਐਵੇਂ ਹੀ ਹੈ, ਮੇਰਾ ਤੇ ਕੁਛ ਨਹੀਂ ਜਾਣਾ, ਤੇ ਜਾਂਦਾ ਗੁਰੂ ਦਾ ਵੀ ਕੱਖ ਨਹੀਂ, ਸਾਡਾ ਰਹਿੰਦਾ ਨਹੀਂ। ਕਿਉਂਕਿ ਜਿਸ ਠਾਕਰ ਸੋ ਨਾਹੀ ਚਾਰਾ, ਤਾਂ ਕੋ ਗੀਜੈ ਸਾਧਨਾ ਮਸ਼ਕਾਰਾ। ਇਸ ਕਰਕੇ ਭਾਈ ਜਦੋਂ ਇਹਦੇ ਅੱਖਾਂ ਦੁਬਾਰੇ ਆਈਆਂ, ਭਾਵ ਜੋਤ ਆਈ ਅੱਖਾਂ 'ਚ, ਅਕਾਲ ਪੁਰਖ ਦੀ ਤਾਕਤ ਹੈ। ਕਿਉਂਕਿ ਗੁਰਬਾਣੀ ਪੜੋ ਕੀ ਕਹਿੰਦੇ ਹੈ ਮਹਾਰਾਜ ਸੱਚੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ। ਕਿਹਨੇ ਜੋਤ ਧਰੀ ਹੈ? ਉੱਥੇ ਡਾਕਟਰ ਲਿਖਿਆ? ਨਹੀਂ। ਕੀ ਲਿਖਿਆ ਉੱਥੇ? ਲੀਡਰ ਕਿ ਲੋਕ ਲਿਖੇ ਹੈ? ਨਹੀਂ, ਕਹਿੰਦੇ ਹਰ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ। ਕਿਹਨੇ ਜੋਤ ਧਰੀ ਹੈ? ਹਰੀ ਨੇ, ਅਕਾਲ ਪੁਰਖ ਨੇ। ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਦੇਵੀ ਦਾਸ ਦੇ ਬਚਨ ਢੁਕਦੇ ਹੈ, ਉਹਨੇ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕਿਸੇ ਨੂੰ ਵੇਖਿਆ ਹੀ ਨਹੀਂ। ਉੱਠਿਆ ਧਰਤੀ ਤੋਂ। ਸਾਧ ਸੰਗਤ ਜੀ
ਇਹਨੇ ਆਖਿਆ ਵੀ ਜੋਤ ਆ ਗਈ ਅੱਖਾਂ 'ਚ, ਮਨਾ ਹੁਣ ਗੁਰੂ ਦਾ ਹੋ ਜਾ। ਉਹ ਸਿੱਖੋ, ਜਿਸ ਗੁਰੂ ਨੇ, ਸਤਿਗੁਰੂ ਨੇ ਤੁਹਾਨੂੰ ਮਹਿਲ ਮਾੜੀਆਂ ਕੋਠੀਆਂ ਕਾਰਾਂ ਦਿੱਤੀਆਂ, ਉਹ ਗੁਰੂ ਦੇ ਬਣ ਜਾਓ ਗੁਰੂ ਦੇ, ਬਣ ਜਾਓ ਗੁਰੂ ਦੇ। ਤੇ ਸਾਧ ਸੰਗਤ ਜੀ, ਜਿਸ ਸਤਿਗੁਰੂ ਨੇ ਦਿੱਤਾ ਉਹਦਾ ਸ਼ੁਕਰ ਕਰੋ, ਸ਼ੁਕਰ। ਧੰਨਵਾਦ ਹੈ ਅਕਾਲ ਪੁਰਖ ਤੇਰਾ। ਇਹ ਗੁਰੂ ਗ੍ਰੰਥ ਸਾਹਿਬ ਬਾਬੂ ਪਿਤਾ ਜੀ, ਧੰਨਵਾਦ ਹੈ ਤੇਰਾ। ਪਰ ਜੇ ਤੁਸੀਂ ਧੰਨਵਾਦ ਨਹੀਂ ਨਾ ਕੀਤਾ, ਉਹਦਾ ਕੱਖ ਨਹੀਂ ਜਾਣਾ। ਉਹ ਤੇ ਰਾਜਿਆਂ ਦਾ ਰਾਜਾ ਹੈ, ਤੁਹਾਡਾ ਰਹਿਣਾ ਕੱਖ ਨਹੀਂ। ਕਿਉਂਕਿ ਦਰ ਮੰਗਣ ਭਿਖ ਨਾ ਪਾਏਗਾ, ਸੁਲਤਾਨਾ ਕਾਹੋ ਕਰਾਏਗਾ, ਨਜ਼ਰੋ ਪੱਠੀ ਜੇ ਕਰੇ। ਜੇ ਇਹੀ ਗੁਰੂ ਦੀ ਨਜ਼ਰ ਪੁੱਠੀ ਹੋ ਗਈ ਨਾ, ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਇਹ ਗੁਰੂ ਦੀ ਜੀ ਨਜ਼ਰ ਸਿੱਧੀ ਹੈ ਤੇ ਭਿਖਾਰਿਆਂ ਨੂੰ ਰਾਜ ਦਵਾ ਦੂ। ਤੇ ਇਹੀ ਗੁਰੂ ਦੀ ਨਜ਼ਰ ਜੇ ਪੁੱਠੀ ਹੋ ਗਈ, ਮਿੰਟ ਨਹੀਂ ਲੱਗਣਾ ਸਾਧ ਸੰਗਤ ਜੀ। ਦਰ ਮੰਗਣ ਭਿਖ ਨਾ ਪਾਏਂਦਾ, ਫਿਰ ਭਿਖਿਆ ਵੀ ਨਹੀਂ ਮਿਲਣੀ ਤੈਨੂੰ। ਭਿਖਿਆ ਸਤਿਗੁਰੂ ਦੇ ਬਚਨ ਨੇ। ਇਸ ਕਰਕੇ ਸ਼ੁਕਰ ਕਰੋ ਮਹਾਰਾਜ, ਧੰਨਵਾਦ ਹੈ ਤੇਰਾ, ਸ਼ੁਕਰ ਹੈ। ਸੱਚੇ ਪਾਤਸ਼ਾਹ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸਾਬਾ। ਦੇਵੀ ਦਾਸ ਕਹਿੰਦਾ, ਮਨਾ ਜਿਸ ਗੁਰੂ ਨੇ ਮੇਰੀ ਰੱਖਿਆ ਕੀਤੀ, ਹੁਣ ਗੁਰੂ ਦੇ ਹੀ ਹੋ ਚੱਲ। ਫਿਰ ਚਲਿਆ ਗਿਆ ਆਨੰਦਪੁਰ ਸਾਹਿਬ, ਛੱਡਤੀ ਨੌਕਰੀ ਚਾਕਰੀ ਝੂਠੇ ਰਾਜੇ ਦੀ, ਭੀਮ ਚੰਦ ਦੀ। ਜਦੋਂ ਮਹਾਰਾਜ ਕੋਲ ਗਏ ਨਾ, ਤੇ ਸਿੰਘਾਂ ਨੇ ਰੋਕ ਲਿਆ ਅੱਗੇ, ਕਹਿੰਦੇ ਹਜੇ ਮਹਾਰਾਜ ਤੈਨੂੰ ਦਰਸ਼ਨ ਨਹੀਂ ਹੋਣੇ। ਦੇਵੀ ਦਾਸ ਕਹਿੰਦਾ, ਮੈਂ ਜ਼ਰੂਰੀ ਜਾਣਾ ਮਹਾਰਾਜ ਕੋਲ, ਕਲਗੀਧਰ ਸਤਿਗੁਰੂ ਕੋਲ ਜ਼ਰੂਰੀ ਜਾਣਾ ਆ। ਸਿੰਘ ਕਹਿੰਦੇ ਮਹਾਰਾਜ ਆਰਾਮ ਫਰਮਾ ਰਹੇ ਹੈ, ਆਰਾਮ ਕਰ ਰਹੇ ਹੈ ਸੱਚੇ ਪਾਤਸ਼ਾਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਆਰਾਮ ਕਰਦੇ। ਵੈਸੇ ਤੇ ਵਾਸਤਵ ਵਿੱਚ ਜਿਹੜੇ ਸਤਿਗੁਰ ਜਾਗਤਾ ਹੈ ਦੇਵ, ਪਰ ਭਾਵਨਾ ਅਨੁਸਾਰ ਗੁਰੂ ਸਾਹਿਬ ਆਰਾਮ ਵੀ ਕਰਦੇ ਹੈ। ਸਾਧ ਸੰਗਤ ਜੀ, ਭਾਵਨਾ ਅਨੁਸਾਰ ਮਹਾਰਾਜ ਆਰਾਮ ਵੀ ਕਰਦੇ ਹੈ, ਪਰ ਵੈਸੇ ਸਤਿਗੁਰ ਜਾਗਤਾ ਹੈ ਦਿਓ, ਗੁਰੂ ਸਾਹਿਬ ਜਿਉਂਦੇ ਜਾਗਦੇ ਹੈ। ਤੇ ਭਾਵਨਾ ਅਨੁਸਾਰ ਮਹਾਰਾਜ ਆਰਾਮ ਵੀ ਕਰਦੇ ਹੈ। ਇਹ ਭਾਵਨਾ ਹੋਵੇ ਗੁਰਸਿੱਖਾਂ ਦੀ ਕਿ ਹੁਣ ਰਹਿ ਰਸ ਦਾ ਸਮਾਂ ਹੋ ਗਿਆ, ਅਰਦਾਸ ਬੇਨਤੀ ਹੋ ਗਈ, ਮਹਾਰਾਜ ਨੇ ਮੁਖਾਰਬਿੰਦ ਤੋਂ ਬਚਨ ਉਚਾਰਤੇ, ਹੁਣ ਸੱਚਖੰਡ ਚਲੇ ਗਏ, ਸੁਭਾਏਮਾਨ ਹੋ ਗਏ। ਉੱਥੇ ਬੋਲੀਏ ਨਾ, ਰੌਲਾ ਨਾ ਪਾਈਏ, ਕਿਉਂਕਿ ਮਹਾਰਾਜ ਆਰਾਮ ਫਰਮਾ ਰਹੇ। ਭਾਵਨਾ ਹੈ ਸਿੱਖਾਂ ਦੀ। ਸਿੱਖੋ, ਗੁਰੂ ਘਰ ਕਰੋੜੋ ਕਰੋੜ ਰੁਪਏ ਦੇ ਬਣ ਗਏ। ਅੱਖੀ ਵੀ ਵੇਖਿਆ ਔਰ ਲਵਾਏ ਵੀ ਹੈ ਪੈਸੇ। ਮਹਾਰਾਜ ਨੇ ਸੇਵਾ ਵੀ ਲਈ ਸੀ ਇੱਕ ਅਸਥਾਨ ਦੀ, ਸਤਿਗੁਰੂ ਜੀ ਨੇ 1 ਕਰੋੜ ਰੁਪਈਆ ਬਾਬੂ ਜੀ ਨੇ ਪਵਾਇਆ ਅਸਥਾਨ। ਮਹਾਰਾਜ ਦੀ ਕਿਰਪਾ ਸਤਿਗੁਰੂ ਜੀ ਦੀ ਹੋਈ, ਹੱਥਾਂ ਵਿੱਚੋਂ ਮਾਇਆ ਲੰਘੀ ਤੇ ਸਾਧ ਸੰਗਤ ਜੀ ਅਸਥਾਨ ਪਵਾਇਆ। ਤੇ ਭਾਵਨਾ ਨਹੀਂ ਹੈ ਸਿੱਖਾਂ 'ਚ, ਸਿੱਖਾਂ 'ਚ ਭਾਵਨਾ ਨਹੀਂ। ਭਾਵਨਾ ਦੀ ਘਾਟ ਹੈ, ਗੁਰੂ ਘਰਾਂ ਦੀ ਘਾਟ ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ। ਸਿੱਖਾਂ ਕੋਲ ਘਾਟ ਕਾਹਦੀ ਹੈ? ਪ੍ਰੇਮ ਦੀ। ਇਹੀ ਤੇ ਪਤਾ ਨਹੀਂ ਹੈ ਕਿ ਜਿਨ ਪ੍ਰੇਮ ਕੀ ਉਦਨ ਹੀ ਪ੍ਰਭ ਪਾਇਓ। ਹੁਣੇ ਮਿਲਣੀ ਪ੍ਰੇਮ ਨਾਲ ਹੈ। ਜਿਹੜਾ ਤੁਸੀਂ ਪ੍ਰਕਾਸ਼ ਕੀਤਾ, ਘਰੇ ਲੈ ਕੇ ਗਏ ਹੋ ਨਾ, ਉਹਨੇ ਵਸ ਪ੍ਰੇਮ ਨਾਲ ਹੋਣਾ। ਦੇਵੀ ਦਾਸ ਕਹਿੰਦਾ, ਮੈਨੂੰ ਦਰਸ਼ਨ ਕਰਾ ਦਿਓ ਮਹਾਰਾਜ ਦੇ, ਜ਼ਰੂਰੀ ਜਾਣਾ ਮੈਂ ਮਹਾਰਾਜ ਦੇ ਪਾਸ। ਸਿੰਘ ਕਹਿੰਦੇ ਵੀ ਮਹਾਰਾਜ ਦਾ ਆਰਾਮ ਦਾ ਸਮਾਂ ਆ, ਹੁਣ ਦਰਸ਼ਨ ਨਹੀਂ ਹੋ ਸਕਦੇ। ਸਾਧ ਸੰਗਤ ਜੀ, ਇੰਨੇ ਚਿਰ ਨੂੰ ਅੰਦਰੋਂ ਆਵਾਜ਼ ਆਈ। ਮਹਾਰਾਜ ਕਹਿੰਦੇ, ਸਿੰਘੋ ਆ ਲੈਣ ਦਿਓ। ਦੇਖੋ ਸਾਧ ਸੰਗਤ ਜੀ, ਜੇ ਤੂੰ ਸਿੱਖਾ ਪ੍ਰੇਮ ਕਰਦਾ ਨਾ ਗੁਰੂ ਨਾਲ, ਗੁਰੂ ਵੀ ਪ੍ਰੇਮ ਕਰੂਗਾ। ਤੁਸੀਂ ਸਤਿਕਾਰ ਕਰੋਗੇ ਗੁਰੂ ਗ੍ਰੰਥ ਸਾਹਿਬ ਦਾ, ਤੁਹਾਡਾ ਵੀ ਸਤਿਕਾਰ ਉਨਾ ਹੋਵੇਗਾ। ਹੱਥ ਜੋੜਿਆ ਕਰਨਗੇ ਲੋਕ ਤੁਹਾਨੂੰ। ਉੱਥੋਂ ਪਤਾ ਲੱਗਦਾ ਹੈ ਕਿ ਗੁਰੂ ਸਤਿਕਾਰ ਕਰਵਾ। ਇੱਕ ਸਤਿਕਾਰ ਕਰਾਉਣਾ ਪੈਂਦਾ ਵੀ ਜੀ ਮੇਰਾ ਸਤਿਕਾਰ ਕਰੋ ਜੀ। ਉਹ ਕਾਹਦਾ ਸਤਿਕਾਰ ਹੈ? ਸਤਿਕਾਰ ਤੇ ਉਹ ਹੁੰਦਾ, ਆਦਰ ਉਹ ਹੁੰਦਾ ਕਿ ਲੋਕ ਤੁਹਾਨੂੰ ਹੱਥ ਜੋੜਨ ਨਾਵਦੇ ਆਪ, ਉਹ ਸਤਿਕਾਰ ਹੈ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਆ ਲੈਣ ਦੋ ਸਿੰਘੋ ਭਾਈ ਇਹਨੂੰ। ਜਦੋਂ ਦੇਵੀ ਦਾਸ ਆਇਆ ਨਾ, ਮਹਾਰਾਜ ਪਲੰਘੇ ਤੇ ਸੁਭਾਏਮਾਨ ਹੈ ਸੱਚੇ ਪਾਤਸ਼ਾਹ। ਤੇ ਸਤਿਗੁਰੂ ਦੇ ਚਰਨੀ ਪੱਟੀਆਂ ਬੰਨੀਆਂ ਵੇਖੀਆਂ ਦੇਵੀ ਦਾਸ ਨੇ। ਮਹਾਰਾਜ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ
ਤੁਹਾਡੇ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ ਨੇ, ਕਿਉਂ? ਮਹਾਰਾਜ ਕਹਿੰਦੇ ਸਿੰਘਾ, ਹਜੇ ਮੈਨੂੰ ਪੁੱਛ ਰਿਹਾ ਤੂੰ ਕਿ ਪੱਟੀਆਂ ਕਿਉਂ ਬੰਨੀਆਂ ਨੇ? ਮਹਾਰਾਜ ਕਹਿਣ ਲੱਗੇ, ਉਹ ਦੇਵੀ ਦਾਸ, ਤੂੰ ਅਰਦਾਸ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਆਸਰਾ ਦਵੋ, ਰੱਖਿਆ ਕਰੋ ਮੇਰੇ ਚਰਨਾਂ ਦਾ ਧਿਆਨ ਧਰਿਆ। ਤੇ ਇਹ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਹੈ ਕਿ ਜਿਹੜਾ ਵੀ ਭਾਵਨਾ ਸਹਿਤ ਅਰਦਾਸ ਕਰੇ, ਪ੍ਰੇਮ ਸਹਿਤ ਅਰਦਾਸ ਕਰੇ, ਮੇਰਾ ਫਰਜ਼ ਹੈ ਉਹ ਅਰਦਾਸ ਨੂੰ ਪੂਰਾ ਕਰਨਾ, ਪਰ ਭਾਵਨਾ ਸਹਿਤ ਹੋਵੇ, ਭਾਵਨਾ ਸਹਿਤ, ਪ੍ਰੇਮ ਸਹਿਤ, ਤੇ ਗੁਰਮਤ ਮਰਿਆਦਾ ਅਨੁਸਾਰ ਹੋਵੇ। ਗੁਰਮਤ ਮਰਿਆਦਾ ਅਨੁਸਾਰ ਹੋਵੇ ਅਰਦਾਸ ਤੇ ਮਹਾਰਾਜ ਸੁਣਦੇ ਹੈ। ਪਰ ਜੇ ਮਰਿਆਦਾ ਤੋਂ ਉਲਟ ਹੈ, ਉਹ ਨਹੀਂ ਪ੍ਰਵਾਨ ਕਰਨਗੇ, ਉਹ ਨਹੀਂ ਪ੍ਰਵਾਨ ਕਰਨਗੇ। ਜੇ ਤੂੰ ਆਖੇ ਕਿ ਉਹਦਾ ਬੁਰਾ ਹੋ ਜੇ, ਉੱਪਰ ਨਾ ਚੜੇ, ਇਹ ਥੋੜੀ ਫਿਰ ਭਾਵਨਾ ਮਹਾਰਾਜ ਪੂਰੀ ਕਰਨਗੇ। ਕਿਉਂਕਿ ਬਾਣੀ ਤਾਂ ਕਹਿੰਦੀ ਕਿ ਸਾਰਿਆਂ ਦਾ ਭਲਾ ਹੀ ਹੋਵੇ। ਸੱਚੇ ਪਾਤਸ਼ਾਹ ਸਤਿਗੁਰੂ ਸਭ ਦਾ ਭਲਾ ਮਨਾਏ ਦਾ, ਤਿਸ ਦਾ ਬੁਰਾ ਕਿਉਂ ਹੋਏ, ਬਾਣੀ ਦਾ ਬਚਨ ਹੈ। ਮਹਾਰਾਜ ਸੱਚੇ ਪਾਤਸ਼ਾਹ ਤਾਂ ਸਾਰਿਆਂ ਦਾ ਭਲਾ ਚਾਹੁੰਦੇ ਹੈ, ਕਿਉਂ ਬੁਰਾ ਹੋਵੇ ਕਿਸੇ ਦਾ। ਪਰ ਜੇ ਤੂੰ ਮੰਗਦਾ ਤੇ ਤੂੰ ਆਖੇ ਜੀ ਮੇਰੀ ਅਰਦਾਸ ਨਹੀਂ ਪੂਰੀ ਹੋਈ, ਮਹਾਰਾਜ ਨੇ ਇਹ ਥੋੜੀ ਅਰਦਾਸ ਪੂਰੀ ਹੋਵੇਗੀ। ਅਰਦਾਸ ਮਰਿਆਦਾ ਅਨੁਸਾਰ, ਗੁਰਮਤ ਮਰਿਆਦਾ ਅਨੁਸਾਰ ਹੋਵੇ ਤੇ ਪ੍ਰਵਾਨ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ, ਦੇਵੀ ਦਾਸ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ, ਵੇਖ ਉਹ ਗਰਮ ਸਲਾਈਆਂ ਭਾਵੇਂ ਤੇਰੇ ਅੱਖਾਂ ਵਿੱਚ ਮਾਰੀਆਂ, ਪਰ ਉਹਦਾ ਸੇਕ ਤੈਨੂੰ ਲੱਗਣ ਨਹੀਂ ਦਿੱਤਾ। ਤੇ ਗੁਰਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ ਲੱਗਣ ਦੇਤ ਨਾ ਸੇਕ, ਤਾਤੀ ਵਾਉ ਨਾ ਲੱਗਈ, ਪਰ ਬ੍ਰਹਮ ਸ਼ਰਨ ਆਈ। ਮਹਾਰਾਜ ਕਹਿੰਦੇ, ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਸੇਕ ਤਾਂ ਕੀ ਭਾਈ, ਉਹਦੇ ਨਾਮ ਨੂੰ ਸੁਣ ਕੇ ਤੇ ਜਮਦੂਤ ਵੀ ਭੱਜ ਜਾਂਦੇ ਆ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਉਹਦੇ ਨਾਮ ਨੂੰ ਸੁਣ ਕੇ ਜਮਦੂਤ ਵੀ ਭੱਜ ਗਏ, ਲੇਖਾ ਜੋਖਾ ਨਹੀਂ ਹੋਇਆ। ਐਡਾ ਪ੍ਰਤਾਪ ਹੈ ਹਰੀ ਦੇ ਨਾਮ ਦਾ, ਐਡਾ ਪ੍ਰਤਾਪ ਹੈ ਕਲਗੀਧਰ ਸਵਾਮੀ ਦਾ ਕਿ ਉਹਦੇ ਨਾਮ ਨੂੰ ਸੁਣਿਆ ਲਿਆ, ਫਿਰ ਤਤੀ ਵਾਓ ਨਾ ਲੱਗੀ, ਤਤੀ ਹਵਾ ਨਹੀਂ ਲੱਗੀ। ਸਤਿਗੁਰੂ ਬਚਾ ਕੇ ਰੱਖਦੇ। ਦੂਜਾ ਅਰਥ, ਉਹਨਾਂ ਨੂੰ ਭਾਈ ਵਿਕਾਰਾਂ ਦੀ ਤਤੀ ਵਾਹ ਨਹੀਂ ਲੱਗਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨੂੰ ਪੋਹ ਨਹੀਂ ਸਕਦੇ। ਦੇਵੀ ਦਾਸ ਨਿਹਾਲ ਹੋ ਗਿਆ। ਮਹਾਰਾਜ ਨੇ ਆਪਣੇ ਚਰਨਾਂ ਤੋਂ ਪੱਟੀਆਂ ਹਟਾਈਆਂ, ਕੱਪੜਾ ਹਟਾਇਆ। ਆਹ ਦੇਖ ਦੇਵੀ ਦਾਸ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਢਾ ਵਿਖਾਇਆ ਸੀ ਨਾ ਮੱਖਣ ਸ਼ਾਹ ਲਬਾਣੇ ਨੂੰ, ਉਹ ਭਾਈ ਆਹ ਵੇਖ ਤੇ ਮੋਢਾ ਲਾ ਕੇ ਤੇਰੇ ਜਹਾਜ਼ ਨੂੰ ਬੰਨੇ ਲਾਇਆ, ਉਹ ਗੁਰੂ ਹੈ ਸਾਧ ਸੰਗਤ ਜੀ। ਇਸੇ ਕਰਕੇ ਜੇ ਤੁਸੀਂ ਜ਼ਿੰਦਗੀ ਦੇ ਬੇੜੇ ਪਾਰ ਕਰਾਉਣੇ ਹੈ, ਮਹਾਰਾਜ ਦੇ ਚਰਨੀ ਸ਼ਰਣੀ ਆ ਜਾਓ, ਸਤਿਗੁਰੂ ਦੇ ਸਿੱਖ ਬਣ ਜਾਓ। ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਦੀ ਪਵਿੱਤਰ ਬਾਣੀ ਪੜ੍ਹੋ, ਸੁਣੋ, ਗੁਰ ਇਤਿਹਾਸ ਨਾਲ, ਕਥਾ ਕੀਰਤਨ ਨਾਲ ਜੁੜੋ, ਤਾਂ ਤੁਹਾਡੇ ਲੋਕ ਵੀ ਸੁਖੀ, ਪਰਲੋਕ ਵੀ ਸੁਖੀ, ਲੋਕ ਵੀ ਸੁਖੀ, ਪਰਲੋਕ ਵੀ ਸੁਖੀ ਹੋਵੇਗਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ। ਦੇਵੀ ਦਾਸ ਮਹਾਰਾਜ ਦਾ ਮਰੀਦ ਹੋ ਗਿਆ। ਮਹਾਰਾਜ, ਉਹ ਰਾਜਿਆਂ ਤੋਂ ਕੀ ਲੈਣਾ, ਤੂੰ ਹੀ ਮੇਰਾ ਅਸਲੀ ਰਾਜਾ ਆ। ਸਾਰੀ ਜ਼ਿੰਦਗੀ ਦੇਵੀ ਦਾਸ ਫਿਰ ਮਹਾਰਾਜ ਦੇ ਚਰਨੀ ਰਿਹਾ, ਸਤਿਗੁਰੂ ਦਾ ਹੋ ਕੇ ਬਣ ਗਿਆ। ਅਸੀਂ ਵੀ ਬਣ ਜਾਈਏ, ਅਸੀਂ ਵੀ ਕੇਵਲ ਇੱਥੇ ਭੋਗ 'ਤੇ ਆਏ ਹਾਂ ਜਾਂ ਅਖੰਡ ਪਾਠ ਕਰਾਏ ਹਾਂ, ਗੁਰੂ ਦਾ ਨਹੀਂ, ਠੀਕ ਹੈ, ਉਹ 'ਤੇ ਸਾਡੀ ਭਾਵਨਾ ਪ੍ਰੇਮ ਹੈ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਰਾਤਾ ਮਹਾਰਾਜ ਦੇ ਨਾਮ 'ਤੇ। ਪਰ ਮਹਾਰਾਜ ਕਹਿੰਦੇ ਕੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਬਾਣੀ ਪੜ੍ਹੋ, ਸੁਣੋ, ਵਿਚਾਰੋ। ਇਹ ਬਚਨ ਹੈ ਗੁਰੂ ਗੋਬਿੰਦ ਸਿੰਘ, ਰਹਿਤਵਾਨ ਹੋਵੋ, ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਇੱਕ ਵਾਰੀ ਕੀ ਹੋਇਆ, ਕਲਗੀਧਰ ਸਵਾਮੀ ਜੀ ਤੁਰੇ ਜਾ ਰਹੇ ਸੀ। ਸਾਧ ਸੰਗਤ ਜੀ, ਰਹਿਤ ਦੀ ਤੁਹਾਨੂੰ ਗੱਲ ਦੱਸਾਂ, ਤੁਸੀਂ ਵਾਕਫ ਹੋ ਇਤਿਹਾਸ ਤੋਂ, ਮਹਾਰਾਜ ਤੋਂ। ਜਦੋਂ ਕਲਗੀਧਰ ਪਾਤਸ਼ਾਹ ਜੀ, ਸਾਧ ਸੰਗਤ ਜੀ, ਕਿਸੇ ਸਮਾਧ ਨੂੰ ਮਹਾਰਾਜ ਸਾਹਿਬ ਜੀ ਨੇ ਤੀਰ ਦੀ ਨੋਕ ਨਾਲ ਜਦੋਂ ਨਮਸਕਾਰ ਕੀਤੀ ਨਾ, ਸਾਧ ਸੰਗਤ ਜਦੋਂ ਦਾਦੂ ਦੁਆਰੇ ਸਤਿਗੁਰੂ ਗਏ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਸਾਹਿਬ ਜੀ ਇਹ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਬਚਨ ਕੀਤੇ ਸੀ ਕਿ ਏਕ ਬਿਨਾ ਮਨ ਨੇਕ ਨਾ ਆਨੈ,
ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਸੀਸ ਨਹੀਂ ਝੁਕਾਉਣਾ। ਆਪ ਜੀ ਨੇ ਹੁਣ ਤੀਰ ਦੀ ਨੋਕ ਨਾਲ ਇਹ ਦਾਦੂ ਦੁਆਰੇ ਦੀ ਸਮਾਧ ਨੂੰ ਨਮਸਕਾਰ ਕੀਤੀ ਹੈ ਮਹਾਰਾਜ। ਤੇ ਇਸ ਹਿਸਾਬ ਨਾਲ ਤੁਸੀਂ ਤਨਖਾਹੀਏ ਹੋ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਜੀ ਆਪ ਭਾਵੇਂ ਸਤਿਗੁਰੂ ਹੋ, ਪਤਾ ਨਹੀਂ ਮਹਾਰਾਜ ਤੁਹਾਡੀ ਕੀ ਮੌਜ ਹੋਵੇਗੀ, ਪਰ ਮਰਿਆਦਾ ਅਨੁਸਾਰ ਤੁਹਾਡੇ ਕਹੇ ਬਚਨ ਅਨੁਸਾਰ ਮਹਾਰਾਜ ਇਹ ਠੀਕ ਨਹੀਂ ਕੀਤਾ ਆਪ ਜੀ ਨੇ। ਆਪ ਜੀ ਹੁਣ ਘੋੜੇ ਤੋਂ ਥੱਲੇ ਉਤਰ ਜਾਓ। ਭਾਈ ਦਇਆ ਸਿੰਘ ਦੇ ਬਚਨ। ਸਾਧ ਸੰਗਤ ਜੀ, ਮਹਾਰਾਜ ਭਾਈ ਦਇਆ ਸਿੰਘ ਨੂੰ ਗਲਵਗੜੀ ਵਿੱਚ ਲੈ ਲਿਆ। ਮਹਾਰਾਜ ਕਹਿੰਦੇ ਦਇਆ ਸਿੰਘਾ ਮੈਂ ਤੇ ਪੰਥ ਨੂੰ ਪਰਖ ਰਿਹਾ ਸੀ, ਪੰਥ ਨੂੰ ਪਰਖਦਾ ਸੀ ਕਿ ਮੇਰਾ ਪੰਥ ਮੇਰੇ ਨਾਲ ਹੀ ਤੁਰਿਆ ਫਿਰਦਾ ਕਿ ਸੱਚਮੁੱਚ ਮੇਰੇ ਬਚਨਾਂ ਤੇ ਫੁੱਲ ਚੜਾਉਂਦਾ ਆ। ਤੇ ਮਹਾਰਾਜ ਕਹਿੰਦੇ ਅੱਜ ਪਰਖ 'ਚੋਂ ਤੁਸੀਂ ਪੂਰੇ ਹੋ ਗਏ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਉਂ ਜਦੋਂ ਬਚਨ ਕੀਤੇ ਨਾ, ਭਾਈ ਦਇਆ ਸਿੰਘ ਕਹਿੰਦੇ ਸਤਿਗੁਰੂ ਜੀ ਸਤ ਬਚਨ ਆਪ ਜੀ ਦਾ ਪਰਖ ਕਰ ਰਹੇ ਸੀ, ਪਰ ਮਰਿਆਦਾ ਅਨੁਸਾਰ ਇਹ ਠੀਕ ਨਹੀਂ ਆਪ ਜੀ ਨੇ ਕੀਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਹੁਕਮ ਹੈ ਤੁਹਾਡਾ, ਕੀ ਬੇਨਤੀ ਹੈ ਤੁਹਾਡੀ, ਕੀ ਬਚਨ ਹੈ ਦਇਆ ਸਿੰਘ? ਤੂੰ ਮੇਰਾ ਪਿਆਰਾ ਹੈ ਸਭ ਤੋਂ। ਪਤਾ ਕਿਉਂ ਪਿਆਰ ਕਰਦੀ ਸੀ ਦਇਆ ਸਿੰਘ ਨੂੰ? ਦਇਆ ਸਿੰਘ ਦੀ ਸ਼ਹੀਦੀ ਨਹੀਂ ਹੋਈ ਕਿਉਂਕਿ ਮਹਾਰਾਜ ਉਹਨੂੰ ਆਪਣੇ ਨਾਲ ਹੀ ਰੱਖਣਾ ਚਾਹੁੰਦੇ ਸੀ। ਕਿਉਂ ਭਲਾ? ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ ਪਹਿਲੀ ਵਾਰ ਜਦੋਂ ਸੀਸ ਦੀ ਮੰਗ ਕੀਤੀ ਦਇਆ ਸਿੰਘ ਉੱਠਿਆ। ਦਇਆ ਸਿੰਘ ਮਹਾਰਾਜ ਦੇ ਬਚਨਾਂ ਤੇ ਦਇਆ ਸਿੰਘ ਨੇ ਫੁੱਲ ਚੜਾਇਆ। ਕਹਿੰਦਾ ਮਹਾਰਾਜ ਸਰੀਰ ਹਾਜ਼ਰ ਹੈ ਤੇਰੇ ਵਾਸਤੇ। ਇੰਨਾ ਪ੍ਰੇਮ ਕਰਦੇ ਸੀ ਦਇਆ ਸਿੰਘ ਨੂੰ ਕਲਗੀਧਰ ਸੁਆਮੀ। ਮਹਾਰਾਜ ਦਇਆ ਸਿੰਘ ਨੂੰ ਕਹਿੰਦੇ ਦਇਆ ਸਿੰਘ ਜੀ ਮਰਿਆਦਾ ਅਨੁਸਾਰ ਭਾਵੇਂ ਮੈਂ ਤੀਰ ਦੀ ਨੋਕ ਨਾਲ ਨਮਸਕਾਰ ਕਰ ਦਿੱਤੀ, ਅੱਗੇ ਕੀ ਬਚਨ ਹੈ ਤੁਹਾਡਾ? ਮਹਾਰਾਜ ਮਰਿਆਦਾ ਅਨੁਸਾਰ ਇਹ ਹੈ ਕਿ ਤੁਸੀਂ ਹੁਣ ਤਨਖਾਹੀਏ ਹੋ ਚੁੱਕੇ ਹੋ, ਹੁਣ ਤੁਹਾਨੂੰ ਕੜਾ ਪ੍ਰਸ਼ਾਦ ਦੀ ਦੇਗ ਕਰਵਾਉਣੀ ਪਏਗੀ। 550 ਦੀ ਕੜਾ ਪ੍ਰਸ਼ਾਦ ਦੀ ਦੇਗ। ਸਾਧ ਸੰਗਤ ਜੀ ਜਦੋਂ ਇਉਂ ਮਹਾਰਾਜ ਸਾਹਿਬ ਜੀ ਨੂੰ ਆਖਿਆ ਨਾ, ਸਤਿਗੁਰੂ ਜੀ ਨੇ ਭੰਡਾਰੇ ਖੋਲ੍ਹ ਦਿੱਤੇ ਤੇ ਬਚਨ ਕੀ ਕੀਤਾ? ਸਿੰਘੋ ਤੁਸੀਂ ਅੱਜ ਪਰਖ ਚੋਂ ਪੂਰੇ ਹੋ ਗਏ। ਤੇ ਇਸ ਕਰਕੇ ਭਾਈ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਈਏ। ਕਿਵੇਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਨੂੰ ਸੀਸ ਨਹੀਂ ਝੁਕਾਉਣਾ, ਕਿਸੇ ਨੂੰ ਸੀਸ। ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਦੇ ਬਚਨਾਂ ਤੇ ਪਹਿਰਾ ਦੇ ਅਸੀਂ ਸਿੱਖ ਹੋਵਾਂਗੇ, ਫਿਰ ਪੂਰੇ ਸਿੱਖ। ਸੋ ਸਤਿਗੁਰੂ ਜੀ ਕਿਰਪਾ ਕਰਨ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ। ਅੰਮ੍ਰਿਤ ਛਕੋ, ਖੰਡੇ ਬਾਟੇ ਦਾ ਸਿੰਘ ਸਜੋ ਔਰ ਮਹਾਰਾਜ ਦੀ ਬਾਣੀ ਪੜ੍ਹੋ, ਸੁਣੋ, ਵਿਚਾਰੋ। ਤੇ ਫਿਰ ਸਾਡਾ ਇਹ ਜੀਵਨ ਦਾ ਮਕਸਦ ਹੈ। ਦੁਨੀਆ 'ਤੇ ਲੜਾਈਆਂ ਝਗੜੇ ਗੱਲਾਂ ਇਹ ਸਭ ਚੱਲੀ ਜਾਣੇ ਆ। ਜਿੰਨਾ ਨਿਰਲੇਪ ਰਹੋਗੇ ਨਾ ਸ਼ਾਂਤ ਰਹੋਗੇ ਤੁਸੀਂ, ਜਿੰਨਾ ਨਿਰਲੇਪ ਰਹੋਗੇ। ਕਿਉਂਕਿ ਮਨ ਪਤਾ ਕਦੋਂ ਖਿੰਡਦਾ? ਜੇ ਤੁਸੀਂ ਜ਼ਿਆਦਾ ਬੋਲਦੇ ਹੋ, ਸੁਣਦੇ ਹੋ ਕਿਸੇ ਦੀਆਂ ਗੱਲਾਂ। ਰੱਬ ਦੀਆਂ ਗੱਲਾਂ ਸੁਣੋ, ਰੱਬ ਦੀਆਂ ਕਹਾਣੀਆਂ ਕਥਾ ਸੁਣੋ ਜੋ ਤੁਹਾਡੇ ਲੇਖੇ ਵਿੱਚ ਪੈਣਗੀਆਂ। ਦੁਨੀਆ ਦੀਆਂ ਗੱਲਾਂ ਕਾਹਦੀਆਂ ਸੁਣ ਜੋ ਲੇਖੇ ਵਿੱਚ ਨਹੀਂ ਪੈਂਦੀਆਂ। ਤੇ ਇਸ ਕਰਕੇ ਭਾਈ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖੋ ਅੱਜ ਸਾਡੇ ਸੀਸ ਤੇ ਤਲਵਾਰ ਨਹੀਂ ਧਰੀ ਕਿ ਸਾਨੂੰ ਇੱਥੇ ਪਾਪ ਜ਼ੁਲਮ ਹੋ ਰਿਹਾ, ਸਾਨੂੰ ਮਾਰਿਆ ਕੁੱਟਿਆ ਜਾ ਰਿਹਾ। ਸਤਿਗੁਰੂ ਨੇ ਜੰਜੀਰਾਂ ਤੋੜਦੀਆਂ ਉਹ ਤੇ ਅਸੀਂ ਸੁਤੰਤਰ ਆ ਹੁਣ। ਪਰ ਫਿਰ ਵੀ ਮਹਾਰਾਜ ਦੇ ਬਚਨਾਂ ਤੇ ਜੇ ਫੁੱਲ ਨਾ ਚੜਾਏ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਤੇ ਫਿਰ ਕਾਹਦੇ ਅਸੀਂ ਸਿੱਖ ਹਾਂ। ਇਸ ਕਰਕੇ ਸਾਧ ਸੰਗਤ ਜੀ ਗੁਰੂ ਵਾਲੇ ਬਣੋ। ਜੋ ਪਿਛਲੇ ਕਈ ਦਿਨਾਂ ਤੋਂ ਮਹਾਰਾਜ ਦੇ ਦਰ ਘਰ ਵਿਖੇ ਪਾਠ ਪ੍ਰਕਾਸ਼ ਹੋਏ। ਕਲਗੀਧਰ ਪਾਤਸ਼ਾਹ ਨੇ ਵੇਖੋ ਕੀ ਕੀ ਕੀਤਾ। ਅਨੰਦਪੁਰ ਸਾਹਿਬ ਛੱਡਤਾ, ਮਹਾਰਾਜ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਾਤਾ ਗੁਜਰ ਕੌਰ ਜੀ ਵੀ ਸੱਚਖੰਡ ਬਰਾਜ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ 9ਵੇਂ ਪਾਤਸ਼ਾਹ ਹਿੰਦੂ ਧਰਮ ਬਦਲੇ ਕੁਰਬਾਨ ਹੋ ਗਏ। ਆਪ ਵੀ ਮਹਾਰਾਜ ਵਾਰੇ ਗਏ, ਆਪ ਵੀ ਵਾਰੇ ਗਏ। ਪਰ ਵੇਖੋ ਸਾਨੂੰ ਆਖਿਆ ਮਹਾਰਾਜ ਨੇ
ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਮਾਤਾਵਾਂ ਦਰਸ਼ਨ ਕਰਨ ਆਈਆਂ ਨਾ ਕਲਗੀਧਰ ਮਹਾਰਾਜ ਦੇ ਘਰੋਂ ਮਹਿਲ ਮਹਾਰਾਜ ਦੇ, ਇਹ ਸਤਿਗੁਰੂ ਜੀ ਪੁੱਤਰ ਨਹੀਂ ਥਿਆਉਂਦੇ, ਦਿਸਦੇ ਨਹੀਂ। ਮਹਾਰਾਜ ਕਹਿੰਦੇ ਆਹ ਬੈਠੇ ਨੇ ਪੁੱਤਰ। ਮਹਾਰਾਜ ਆਪਣੇ ਪੁੱਤਰ, ਆਪਣੇ ਸਾਹਿਬਜ਼ਾਦੇ। ਫਿਰ ਮਹਾਰਾਜ ਨੇ ਆਖਿਆ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਇੰਨਾ ਬਦਲੇ ਚਾਰ ਪੁੱਤ ਵਾਰੇ ਮੈਂ, ਇੰਨਾ ਬਦਲੇ। ਸੋ ਸਾਧ ਸੰਗਤ ਜੀ, ਦੀਨ ਦੁਨੀਆ ਦੇ ਮਾਲਕ ਕਿਰਪਾ ਕਰਨ ਸਾਡੇ ਤੇ ਵੇਖੋ ਮਹਾਰਾਜ ਕੌਤਕ ਵਰਤਾਉਂਦੇ ਹੋਏ ਫਿਰ ਗਏ ਸੱਚੇ ਪਾਤਸ਼ਾਹ ਦੀਨੇ ਕਾਂਗੜ, ਜਿੱਥੇ ਜ਼ੁਲਮ ਰਾਜ ਦੀ ਜੜ ਪੁੱਟਦੀ ਸੀ, ਲੰਮੇ ਜੜ ਪਰੇ। ਔਰੰਗਜ਼ੇਬ ਦੀ ਜਿਹੜੀ ਮੌਤ ਆਈ, ਉਹ ਫਿਰ ਮਹਾਰਾਜ ਨੇ ਦੀਨੇ ਕਾਂਗੜ ਤੋਂ ਜ਼ਫਰਨਾਮਾ ਭੇਜਿਆ, ਜੋ ਫਾਰਸੀ ਭਾਸ਼ਾ 'ਚ 10ਵੇਂ ਗ੍ਰੰਥ ਦੇ ਵਿੱਚ ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ ਕਰੇ ਹਾਕੁਨ ਰਹੀਮ, ਅਮਾ ਬਖਸ਼ੋ ਬਖਸ਼ਿੰਦੋ ਦਸਤਗੀਰ, ਰਜ਼ਾ ਬਖਸ਼ ਦੋ ਰੋਜ਼ੀ ਦੇਹੋ ਦਿਲ ਰੋਜ਼ੀ। ਇਹ ਜ਼ਫਰਨਾਮਾ ਉਚਾਰਿਆ ਮਹਾਰਾਜ ਨੇ, ਕਲਗੀਧਰ ਪਾਤਸ਼ਾਹ ਨੇ। ਔਰੰਗਜ਼ੇਬ ਲਾਹਣਤਾਂ ਪਾਉਂਦਾ ਸੀ ਕਿ ਮੈਂ ਐਡਾ ਪਾਪੀ ਰਾਇਆ। ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਭਾਈ ਦਇਆ ਸਿੰਘ ਸਾਹਿਬ, ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਰਾਜ, ਧੰਨ ਗੁਰੂ ਕਲਗੀਧਰ ਸਵਾਮੀ ਜੀ ਮਹਾਰਾਜ ਦੇ ਪਵਿੱਤਰ ਇਤਿਹਾਸ ਹੈ। ਕਹਿੰਦਿਆਂ ਸਾਧ ਸੰਗਤ ਜੀ, ਇਹ ਜੀਵਨ ਮੁੱਕ ਜਾਂਦਾ, ਪਰ ਸਤਿਗੁਰੂ ਦੇ ਬਚਨ ਨਹੀਂ ਕਦੇ ਖਤਮ ਹੋ ਸਕਦੇ। ਉਹਦੀ ਮਹਿਮਾ ਅਪਰੰਪਾਰ ਹੈ, ਪਰੇ ਹੈ, ਕਹਿਣ ਕਥਨ ਕਰਨ ਤੋਂ ਪਰੇ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ। ਐਸੇ ਸਤਿਗੁਰੂ ਦਾ ਕੋਈ ਅੰਤ ਨਹੀਂ ਹੈ ਭਾਈ। ਇਸੇ ਕਰਕੇ ਐਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੋ ਆਓ ਸਮਾਪਤੀ ਕਰੀਏ ਧਾਰਨਾ ਪੜ੍ਹ ਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੀ ਹੀ ਨਮਸਕਾਰ ਕਰਦਿਆਂ ਹੋਇਆਂ ਆਪ ਜੀ ਨੇ ਹਾਜ਼ਰੀ ਭਰਨੀ ਹੈ, ਧਾਰਨਾ ਵਿੱਚ ਬੋਲਣਾ ਹੈ ਕਿ ਇਹ ਕਲਗੀਧਰ ਜੀ ਤੁਹਾਡੇ ਵਰਗਾ ਸਤਿਗੁਰੂ ਨਾ ਕੋਈ ਹੋਣਾ, ਨਾ ਕੋਈ ਹੋ ਸਕਦਾ ਆ। ਧੰਨ ਹੈ ਤੇਰੀ ਸਿੱਖੀ, ਧੰਨ ਹੈ ਉਹ ਪੰਜ ਪਿਆਰੇ ਸਾਹਿਬ, ਧੰਨ ਹੈ ਤੇਰੇ ਗੁਰਸਿੱਖ ਮਹਾਰਾਜ, ਜਿਹੜੇ ਤੁਹਾਡੇ ਇੱਕ ਕਹੇ ਹੋਏ ਬਚਨ ਤੇ 10 ਲੱਖ ਵੈਰੀ ਤੇ ਟੁੱਟ ਕੇ ਬਹਿ ਗਏ, ਆਪਾ ਕੁਰਬਾਨ ਕਰ ਲਿਆ। ਪਰ ਸਾਧ ਸੰਗਤ ਜੀ, ਸਿੰਘ ਪੰਥ ਦਾ ਜਿਹੜਾ ਸਿਰ ਸੀ ਉੱਚਾ ਰੱਖਿਆ। ਐਸੇ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ। ਸੋ ਆਓ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ, ਧੰਨ ਗੁਰੂਆਂ ਮੇਰੀ ਧੰਨ ਸਿੱਖੀ ਹੈ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ, ਧੰਨ
सतगुरु महाराज के गुण कथन नहीं किए जा सकते। सतगुरु जी कृपा करन। सब संगतां दा धन्नवाद। आप सारियां संगतां ने गुरु घर वेखे जो लंबे समय तो हाजरियां भरियां ने। सच्चे पातशाह जी सारियां दा समा लेखे विच पा देण। नगर खेड़े सुख शांति महाराज वरताउण। चढ़दियां कला बख्श करन। सुआओ कथा विचारा करदियां अनेक प्रकार दीयां गलतियां भुल्लां चुक्का हो जांदियां ने। दीन दुनिया दे महाराज दास नूं बख्श लैणगे। आ प्यारी साध संगत ने बख्श लेना भाई। यह लोक सुखीए पर लोक सुहेले नानक हर प्रभ। आओ हुण आनंद साहिब दे जाप करिए। फिर उस तो बाद अरदास बेनती हुक्मनामे होणगे जो संपूर्णता की अरदास बेनती होवेगी। सच्चे पातशाह जी कृपा करन। आओ आनंद साहिब दे विच बोलण की कृपालता करन। वाहिगुरू जी रामकली महला तीजा। आनंद एको ओंकार सतगुर प्रसाद। आनंद भया मेरी माए सतगुरु मैं पाया। सतगुर ना पाया सहज सेती। राग तन परवार भरिया शब्द गावण आईया। कह नानक नंद हुआ सतगुरु मैं पाया। ए मन के
ਖਾਲਸਾ ਵਾਹਿਗੁਰੂ ਜੀ ਕੀ ਫਤਿਹ।